ਵਾਹਿਗੁਰੂ ਸਾਹਿਬ ਜੀਓ। ਇੱਕ ਦਿਨ ਪਾਰੋ ਨੇ ਕਰੀ ਗੁਰ ਆਗੇ ਅਰਦਾਸ। ਪ੍ਰਿਥਕ ਪ੍ਰਿਥਕ ਸਿੱਖ ਸੰਗਤਾਂ ਆਵਤ ਹੈ ਤੁਮ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਕਿਰਪਾ ਨਿਧਾਨ ਭਗਤ ਵਸ਼ਲ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਕੀ ਹਜ਼ੂਰੀ 'ਚ ਬੈਠ ਕੇ ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ, ਮਾਨ ਜੋ ਗੁਰੂ ਪਿਆਰਿਆਂ ਪਾਸੋਂ ਗੁਰਮਤਿ ਵਿਚਾਰਾਂ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬੜੀ ਬਖਸ਼ਿਸ਼ ਕੀਤੀ ਹੈ। ਜੋ ਮਹਾਨ ਉੱਤਮ ਦਾਤਾਂ ਸਾਨੂੰ ਬਖਸ਼ੀਆਂ ਨੇ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਲਈ, ਸਭ ਤੋਂ ਮਹਾਨ ਦਾਤ ਹੈ ਸਤ ਸੰਗਤ ਅਤੇ ਗੁਰਬਾਣੀ। ਗੁਰੂ ਅਰਜਨ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ ਕਿ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦੇ ਲਈ ਮਨੁੱਖ ਨੂੰ ਵਿਵੇਕ ਮਤ ਦੀ ਲੋੜ ਹੈ। ਵਿਵੇਕ ਮਤ ਤੋਂ ਬਿਨਾਂ, ਭਗਤ ਜੀ ਨੇ ਇੱਕ ਗੱਲ ਕਹੀ ਸੀ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਸਾਡਾ ਅਗਿਆਨਤਾ ਨਾਲ ਪਿਆਰ ਬਣ ਗਿਆ ਹੈ ਤੇ ਸਾਡਾ ਜਿਹੜਾ ਵਿਵੇਕ ਦਾ ਦੀਵਾ ਹੈ ਨਾ, ਉਹ ਮੈਲਾ ਹੋ ਚੁੱਕਾ ਹੈ। ਜਿਵੇਂ ਲੈਂਪ ਦਾ ਸ਼ੀਸ਼ਾ ਮੈਲਾ ਹੋ ਜਾਏ, ਹਨੇਰਾ ਹੋ ਜਾਂਦਾ ਹੈ, ਚਾਨਣ ਨਹੀਂ ਹੁੰਦਾ ਘਰ 'ਚ। ਸਾਡਾ ਉਹ ਵਿਵੇਕ ਦਾ ਦੀਵਾ ਮੈਲਾ ਹੋ ਗਿਆ ਹੈ। ਉਹ ਵਿਵੇਕ ਦਾ ਦੀਵਾ ਨਿਰਮਲ ਕਿੱਥੋਂ ਹੋਏਗਾ, ਸਾਫ਼ ਕਿੱਥੋਂ ਹੋਏਗਾ? ਗੁਰੂ ਕਾ ਇੱਕ ਬਚਨ ਪੜ੍ਹਦੇ ਹਾਂ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਮੈਲਾ ਹੋਇਆ ਜਦੋਂ ਸਤ ਤੋਂ ਅਸੀਂ ਦੂਰ ਚਲੇ ਗਏ। ਸਤ ਸੰਗਤ ਵਿੱਚ ਆ ਕੇ ਦੁਰਮਤ ਮਿਟਦੀ ਹੈ, ਅੰਦਰੋਂ ਮੈਲ ਮਿਟਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਵਿਵੇਕ ਮਤ ਪ੍ਰਾਪਤ ਕਰਨ ਦੇ ਲਈ ਸਭ ਤੋਂ ਵਧੀਆ ਸਾਧਨ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੀ ਕਰਮਾ। ਸਤ ਸੰਗਤ ਵਿੱਚ ਜੁੜਨਾ, ਪ੍ਰਭੂ ਦੀ ਸਿਫਤ ਸਲਾਹ ਕਰਨੀ, ਸੁਣਨੀ, ਇਹ ਸਾਰਿਆਂ ਤੋਂ ਉੱਤਮ ਕਰਮ ਹੈ। ਜਿਹਦੇ ਰਾਹੀਂ ਸਾਡੇ ਅੰਦਰੋਂ ਮੈਲ ਮਿਟਦੀ ਹੈ, ਅਗਿਆਨਤਾ ਮਿਟਦੀ ਹੈ, ਹਨੇਰਾ ਮਿਟਦਾ ਹੈ, ਔਰ ਸਾਡੇ ਅੰਦਰ ਉਸ ਪ੍ਰਮਾਤਮਾ ਨੂੰ ਮਿਲਣ ਦੇ ਲਈ ਚਾਅ ਪੈਦਾ ਹੁੰਦਾ ਹੈ। ਪਰਮਾਤਮਾ ਦੇ ਬਾਰੇ ਜਿਉਂ-ਜਿਉਂ ਗੁਰੂ ਕੀ ਬਾਣੀ ਰਾਹੀਂ ਸਤ ਸੰਗਤ ਰਾਹੀਂ ਸਾਨੂੰ ਗਿਆਨ ਮਿਲੇਗਾ, ਤਿਉਂ-ਤਿਉਂ ਸਾਨੂੰ ਉਹਦੇ ਪਰਮਾਤਮਾ ਦੇ ਪਿਆਰ 'ਚ ਜੁੜਨ ਦਾ ਅੰਦਰ ਚਾਅ ਪੈਦਾ ਹੋਵੇਗਾ। ਭਗਤ ਜੀ ਦਾ ਬਚਨ ਕਿ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਜਿੱਥੇ ਗੁਰੂ ਕੀ ਪਾਵਨ ਹਜ਼ੂਰੀ 'ਚ ਬੈਠ ਕੇ ਆਪ ਜੀ ਨੇ ਗੁਰਮਤਿ ਵਿਚਾਰਾਂ ਦਾ ਲਾਹਾ ਮਾਣਿਆ ਹੈ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਹਰ ਰੋਜ਼ ਆਪ ਜੀ ਕਥਾ ਸਰਵਣ ਕਰਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਸਲੀ ਜੋ ਪਾਵਨ ਪਵਿੱਤਰ ਆਪਾਂ ਸਰੂਪ ਕਹਿ ਸਕਦੇ ਹਾਂ, ਉਹ ਤੇ ਉਹਨਾਂ ਦੀ ਪਵਿੱਤਰ ਬਾਣੀ 'ਚੋਂ ਹੀ ਸਾਨੂੰ ਮਿਲਦਾ ਹੈ। ਜਾਂ ਭੱਟਾਂ ਨੇ ਗੁਰੂ ਕੀ ਬੜੀ ਪਿਆਰੀ ਮਹਿਮਾ ਗਾਇਨ ਕੀਤੀ ਹੈ। ਭਾਈ ਸੱਤਾ ਤੇ ਬਲਵੰਡ ਜੀ ਨੇ ਗੁਰੂ ਕੀ ਉਸਤਤ ਆਪਣੀ ਰਚਨਾ ਅੰਦਰ ਕੀਤੀ ਹੈ। ਮਾਨਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਗੁਰੂ ਕੀਆਂ ਕੁਝ ਗਾਥਾਵਾਂ ਜੋ ਉਹਨਾਂ ਨੂੰ ਪ੍ਰਾਪਤ ਹੋਈਆਂ ਸਾਡੇ ਤੱਕ ਪਹੁੰਚਾਈਆਂ ਨੇ। ਆਪ ਜੀ ਇਹ ਵਾਰਤਾ ਸਰਵਣ ਕਰ ਰਹੇ ਸੀ ਕਿ ਗੋਇੰਦਵਾਲ ਦੀ ਧਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿ ਰਹੇ ਸਨ। ਇੱਕ ਦਿਨ ਤੜਕਸਾਰ ਇੱਕ ਮਾਤਾ ਦੀ ਰੋਣ ਦੀ ਆਵਾਜ਼ ਆਈ ਹੈ ਰਾਤ ਨੂੰ। ਭਾਈ ਵੱਲੂ ਜੀ ਰਾਹੀਂ ਪਤਾ ਲੱਗਾ ਕਿ ਮਾਤਾ ਦਾ ਇੱਕ ਪੁੱਤਰ ਜਿਹੜਾ ਚੜ੍ਹਾਈ ਕਰ ਗਿਆ। ਦਰਅਸਲ ਉਹਨੂੰ ਤੇਜੇ ਤਾਪ ਦਾ ਬੜਾ ਤਗੜਾ ਜ਼ੋਰ ਸੀ। ਆਪਾਂ ਦੇਖਦੇ ਹਾਂ ਪਹਿਲਾਂ ਇਹਨੇ ਇਲਾਜ ਦੇ ਪ੍ਰਬੰਧ ਨਹੀਂ ਸਨ ਹੁੰਦੇ, ਬੇਹੋਸ਼ ਹੋ ਜਾਣਾ। ਸਤਿਗੁਰੂ ਜੀ ਸਮਰੱਥ ਨੇ, ਸਭ ਕੁਝ ਕਰਨ ਦੇ ਸਮਰੱਥ ਨੇ, ਪਰ ਗੁਰਮਤਿ ਦਾ ਇੱਕ ਮਾਰਗ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਰੱਬ ਦੀ ਰਜਾ 'ਚ ਕੋਈ ਚੱਲਿਆ ਜਾਏ। ਦੇਖੋ ਬਾਬਾ ਅਟਲ ਜੀ ਨੇ ਮੋਹਨ ਜੀ ਨੂੰ ਜਿਉਂਦੇ ਕਰਤਾ, ਸਤਿਗੁਰੂ ਜੀ ਨੇ ਪ੍ਰਸੰਨਤਾ ਨਹੀਂ ਪ੍ਰਗਟ ਕੀਤੀ, ਕਿਹਾ ਸੀ ਜਾਂ ਫਿਰ ਇੱਕ ਨੂੰ ਜਾਣਾ ਹੀ ਪਏਗਾ। ਬਾਬਾ ਗੁਰਦਿੱਤਾ ਜੀ ਨੇ ਕਮੋਈ ਗਊ ਜਿਉਂਦੀ ਕਰਤੀ, ਸਤਿਗੁਰੂ ਜੀ ਨੇ ਉੱਥੇ ਵੀ ਪ੍ਰਸੰਨਤਾ ਪ੍ਰਗਟ ਨਹੀਂ ਕੀਤੀ ਕਿ ਇਹ ਗੁਰੂ ਘਰ ਦੀ ਰੀਤ ਨਹੀਂ ਹੈ ਜੋ ਤੁਸੀਂ ਕਰਦੇ ਆ। ਇਸ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ 'ਚ ਇੱਕ ਗੱਲ ਕੀ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣ ਭਾਣੇ ਚੱਲੇ, ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਗੁਰਸਿੱਖ ਗੁਰੂ ਕੀ ਰਜਾ ਚੱਲਦਾ ਹੈ, ਗੁਰੂ ਕੀ ਰਜਾ ਚੱਲ ਕੇ ਰੱਬ ਦੀ ਰਜਾ ਚੱਲਦੇ ਆ। ਸਤਿਗੁਰੂ ਜੀ ਸਮਰੱਥ ਨੇ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਉਸ ਮਾਤਾ ਦੇ ਪੁੱਤਰ ਨੂੰ ਤੰਦਰੁਸਤ ਕਰ ਦਿੱਤਾ। ਇਤਿਹਾਸਕਾਰਾਂ ਨੇ, ਕਿਉਂਕਿ ਗੰਭੀਰਤਾ 'ਚ ਜਾਈਏ, ਇਹ ਗਾਥਾਵਾਂ ਦੇ ਮਗਰ ਬੜਾ ਰਹੱਸ ਹੈ।
ਬੜੀ ਰਮਜ਼ਾਂ ਨੇ ਇਹਨਾਂ ਗਥਾਵਾਂ ਦੇ ਪਿੱਛੇ, ਜਿਨ੍ਹਾਂ ਨੂੰ ਖੋਲ੍ਹਣ 'ਚ ਅਸੀਂ ਸਮਰੱਥ ਨਹੀਂ ਹੋ ਸਕੇ। ਦਰਅਸਲ ਸਤਿਗੁਰੂ ਜੀ ਦੀ ਹਜ਼ੂਰੀ 'ਚ ਭਾਈ ਲਾਲੋ ਜੀ ਡੱਲੇ ਨਗਰ ਦੇ ਰਹਿਣ ਵਾਲੇ, ਜਿਹੜੇ ਵੈਦ ਸਨ ਔਰ ਇਸ ਰੋਗ ਦੇ ਬੜੇ ਉਹ ਮਾਹਿਰ ਸਨ, ਉਹਨਾਂ ਦੇ ਪ੍ਰਥਾਏ ਦੱਸਦੇ ਕਿ ਉਹਨਾਂ ਨੇ ਵੀ ਇਲਾਜ ਕੀਤਾ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਉਹ ਬੱਚਾ ਤੰਦਰੁਸਤ ਹੋ ਗਿਆ, ਮੈਂ ਕਹਿ ਲਓ ਜਿਉਂਦਾ ਹੋ ਗਿਆ। ਮਾਤਾ ਦੀ ਤੇ ਉਹ ਮਰਿਆ ਹੀ ਹੋਇਆ ਸੀ ਔਰ ਮਾਤਾ ਪ੍ਰਸੰਨ ਹੋਈ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਗੋਇੰਦਵਾਲ 'ਚ ਬੈਠ ਕੇ ਰਹਿਮਤਾਂ ਕਰ ਰਹੇ ਨੇ, ਬਖਸ਼ਾਂ ਕਰ ਰਹੇ ਨੇ, ਉਹ ਗੁਰੂ ਕੀ ਵਾਰਤਾ ਅੱਜ ਆਪਾਂ ਨੇ ਅੱਗੇ ਸਰਵਣ ਕਰਨੀ ਹੈ। ਆਓ ਮਨਚਿਤ ਕਰਕੇ ਇਕਾਗਰ ਹੋਈਏ, ਗੁਰੂ ਕੀ ਵਡਿਆਈ, ਗੁਰੂ ਕੀ ਇਹ ਗਾਥਾ ਸਰਵਣ ਕਰਨ ਦੇ ਲਈ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਪਾਰੋ ਨੇ ਕਰੀ ਗੁਰ ਆਗੇ ਅਰਦਾਸ। ਮਾਨਯੋਗ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇੱਕ ਦਿਨ ਦੀ ਗੱਲ ਹੈ, ਭਾਈ ਪਾਰੋ ਜੀ ਡੱਲੇ ਨਗਰ ਦੇ ਰਹਿਣ ਵਾਲੇ ਸਨ ਔਰ ਭਾਈ ਪਾਰੋ ਜੀ ਨੂੰ ਪਾਰੋ ਪਰਮਹੰਸ ਦਾ ਖਿਤਾਬ ਵੀ ਪ੍ਰਾਪਤ ਸੀ, ਬੜੇ ਉੱਚੀ ਬਿਰਤੀ ਵਾਲੇ। ਇੱਕ ਕਥਾ ਅਸੀਂ ਸੁਣੀ ਹੈ ਕਿ ਉਹਨਾਂ ਵੱਲ ਦੇਖ ਕੇ ਇੱਕ ਪਠਾਨ ਜਿਹੜਾ ਸੀ ਨਵਾਬ, ਉਹ ਗੁਰੂ ਕਾ ਸ਼ਰਧਾਲੂ ਬਣ ਗਿਆ। ਉਹਨੂੰ ਸਤਿਗੁਰੂ ਜੀ ਨੇ ਬਾਅਦ 'ਚ ਮੰਜੀਦਾਰ ਵੀ ਥਾਪਿਆ ਸੀ। ਸੋ ਉਹ ਭਾਈ ਪਾਰੋ ਜੀ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ ਨੇ। ਉਹਨਾਂ ਨੇ ਇੱਕ ਬੇਨਤੀ ਕੀਤੀ ਹੈ, ਬ੍ਰਿਥਕ ਬ੍ਰਿਥਕ ਸਿੱਖ ਸੰਗਤਾਂ ਆਵਤ ਹੈ ਤੁਮ ਪਾਸ। ਸਤਿਗੁਰੂ ਜੀਓ, ਗੁਰੂ ਕੀਆਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ, ਕੋ ਅੱਜ ਆ ਗਿਆ, ਕੋ ਕੱਲ ਆ ਗਿਆ, ਕੋ ਕਦੀ ਆ ਗਿਆ। ਪ੍ਰਿਥਕ ਪ੍ਰਿਥਕ ਦਾ ਅਰਥ ਹੁੰਦਾ ਕਿ ਵੱਖਰੀਆਂ ਵੱਖਰੀਆਂ ਸੰਗਤਾਂ ਆਪੋ ਆਪਣੇ ਇਲਾਕਿਆਂ 'ਚੋਂ ਤੁਹਾਡੇ ਕੋਲ ਆਉਂਦੀਆਂ ਹਨ। ਨਹੀਂ ਪਰਸ ਪਰ ਮਿਲਬੋ ਹੋਏ, ਭਾਉ ਪ੍ਰੇਮ ਨੇ ਧਾਰੇ ਕੋਏ। ਤੇ ਸੰਗਤਾਂ ਦਾ ਆਪਸੀ ਮੇਲ ਮਿਲਾਪ ਨਹੀਂ ਹੁੰਦਾ। ਜੇ ਮੇਲ ਮਿਲਾਪ ਹੋਏ, ਸਾਡਾ ਆਪਸੀ ਪਿਆਰ ਵਧੇ, ਸਾਡੀ ਸਾਂਝ ਵਧੇ। ਦੇਖੋ ਸਤਿਗੁਰੂ ਜੀ ਦੀ ਹਜ਼ੂਰੀ 'ਚ ਅਸੀਂ ਆਤਮਿਕ ਆਨੰਦ ਲੈਣ ਲਈ ਆਉਂਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਆਤਮਿਕ ਗਿਆਨ ਪ੍ਰਾਪਤ ਕਰਨ ਲਈ ਆਉਂਦੇ ਹਾਂ, ਵਾਹਿਗੁਰੂ ਜੀ ਦੇ ਪਿਆਰ ਜੁੜਨ ਲਈ ਆਉਂਦੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡਾ ਇੱਕ ਸੰਪੂਰਨ ਜੀਵਨ ਸਾਨੂੰ ਬਖਸ਼ਿਸ਼ ਕੀਤਾ ਹੈ। ਜਿੱਥੇ ਅਸੀਂ ਆਤਮਿਕ ਪੱਖ ਤੋਂ ਉੱਚੇ ਉੱਠਣਾ ਹੈ, ਉੱਥੇ ਅਸੀਂ ਸਮਾਜਿਕ ਪੱਖ ਤੋਂ ਵੀ ਉੱਚੇ ਉੱਠਣਾ ਹੈ। ਸਾਡਾ ਸਮਾਜਿਕ ਜਿਹੜਾ ਤਾਣਾ ਬਾਣਾ ਉਹ ਮਜ਼ਬੂਤ ਹੋਣਾ ਚਾਹੀਦਾ ਹੈ। ਔਰ ਇੱਥੇ ਨਹੀਂ, ਸਤਿਗੁਰੂ ਜੀ ਨੇ ਸਰੀਰਕ ਪੱਖ ਤੋਂ ਸਾਨੂੰ ਮਜ਼ਬੂਤ ਹੋਣ ਦੀ ਪ੍ਰੇਰਣਾ ਕੀਤੀ। ਸਤਿਗੁਰੂ ਜੀ ਨੇ ਆਰਥਿਕ ਤੌਰ ਤੇ ਸਾਨੂੰ ਉੱਚੇ ਉੱਠਣ ਦੀ ਗੱਲ ਕੀਤੀ। ਗੁਰਮਤਿ ਦਾ ਮਾਰਗ ਇੱਕ ਮੁਕੰਮਲ ਸੰਪੂਰਨ ਮਾਰਗ ਹੈ। ਆਪਾਂ ਦੇਖਦੇ ਨਾ, ਕਈ ਧਰਮ ਦੇ ਨਾਂ ਤੇ ਕਾਰੋਬਾਰ ਹੀ ਛੱਡ ਬੈਂਦੇ ਨੇ, ਕਈ ਧਰਮ ਦੇ ਨਾਂ ਤੇ ਪਰਿਵਾਰ ਨੂੰ ਛੱਡ ਕੇ ਮਲੰਗ ਬਣ ਕੇ ਦਰਿਆਵਾਂ ਕੰਢੇ ਜਾਂ ਤੀਰਥਾਂ ਤੇ ਜਾ ਕੇ ਜਾਂ ਜੰਗਲਾਂ 'ਚ ਬੈਠ ਜਾਂਦੇ ਨੇ। ਇਹ ਜ਼ਿੰਦਗੀ ਦਾ ਇੱਕ ਅਧੂਰਾ ਪੱਖ ਸੀ। ਗੁਰੂ ਸਾਹਿਬ ਜੀ ਨੇ ਗ੍ਰਸਥ ਵਿੱਚ ਰਹਿ ਕੇ ਸਾਨੂੰ ਇੱਕ ਆਦਰਸ਼ਕ ਸਮਾਜ ਦੇ ਵਿੱਚ ਆਰਥਿਕ ਤੌਰ ਤੇ ਜਾਂ ਇਵੇਂ ਕਹਿ ਲਓ ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ, ਸਰੀਰਕ ਤੌਰ ਤੇ ਬਲਵਾਨ ਬਣਨ ਦੀ ਪ੍ਰੇਰਣਾ ਕੀਤੀ। ਔਰ ਇਹੀ ਕਾਰਨ ਹੈ ਕਿਉਂਕਿ ਧਰਮ ਦਾ ਅਧੂਰਾ ਪੱਖ ਚੱਲਿਆ। ਜਿਹੜੇ ਲੋਕ ਧਰਮ ਦੀ ਦੁਨੀਆ ਵਿੱਚ ਜੁੜੇ, ਉਹ ਮਾਲਾ ਫੇਰਦੇ ਰਹੇ, ਇਵੇਂ ਕਹਿ ਲਓ ਨਾਮ ਜਪਦੇ ਰਹੇ ਜਾਂ ਭਗਤੀ ਕਰਦੇ ਰਹੇ। ਕਰਦੇ ਕਰਦੇ ਉਹ ਸੂਰਬੀਰਤਾ ਗਵਾ ਬੈਠੇ। ਉਹ ਬਹੁਤ ਲੋਕ ਸਨ ਆਪਣੇ ਮੁਲਕ ਸੰਬੰਧਗੀ ਕਰਨ ਵਾਲੇ, ਜਿਨ੍ਹਾਂ ਦਿਨਾਂ 'ਚ ਹਮਲਾਵਰ ਚੜ੍ਹ ਕੇ ਆਉਂਦੇ ਸਨ। ਬਹੁਤ ਲੋਕ ਸਨ ਇੱਥੇ ਭਗਤੀ ਕਰਨ ਵਾਲੇ, ਕੋਈ ਕਮੀ ਨਹੀਂ ਸੀ ਇੱਥੇ। ਵੱਡੇ ਵੱਡੇ ਧਰਮ ਸਥਾਨ ਸਨ, ਵੱਡੇ ਵੱਡੇ ਤੀਰਥ ਸਨ। ਕਾਰਨ ਕਿ ਸਾਡਾ ਮੁਲਕ ਗੈਰਾਂ ਦਾ ਗੁਲਾਮ ਕਿਉਂ ਹੋ ਗਿਆ? ਕਦੀ ਇਸ ਗੰਭੀਰਤਾ 'ਚ ਗਏ ਆ? ਦਾ ਕਾਰਨ ਕਿ ਧਾਰਮਿਕ ਲੋਕਾਂ ਨੇ ਕੁਝ ਲੋਕਾਂ ਨੂੰ ਵਿਹਲੜ ਬਣਾ ਦਿੱਤਾ ਤੇ ਕੁਝ ਲੋਕਾਂ ਨੂੰ ਇਹੋ ਜਿਹੇ ਨਿਕੰਮੇ ਕਰ ਦਿੱਤਾ। ਉਹਨਾਂ ਨੂੰ ਕਹਿਤਾ ਕਿ ਬਸ ਮਾੜਾ ਫੇਰ ਹੀ ਗੱਲ ਬਣਨੀ, ਉੱਥੇ ਕੋਈ ਗੱਲ ਬਣਨੀ ਨਹੀਂ ਹੈ। ਔਰ ਉਹ ਥੋੜ੍ਹੇ ਥੋੜ੍ਹੇ ਹਮਲਾਵਰ ਆਏ ਅਫਗਾਨਿਸਤਾਨ ਵੱਲੋਂ ਜਾਂ ਈਰਾਨ ਵੱਲੋਂ, ਤੇ ਸਾਡਾ ਮੁਲਕ ਜਿਹੜਾ ਚਿੜੀ ਸੀ ਸੋਨੇ ਦੀ, ਨੂੰ ਲੁੱਟ ਕੇ ਲੈ ਜਾਂਦੇ ਰਹੇ। ਸਾਡੀਆਂ ਧੀਆਂ ਭੈਣਾਂ ਨੂੰ ਬੰਨ੍ਹ ਕੇ ਲੈ ਜਾਣਾ, ਗਜਨੀ ਨੇ ਬਾਜ਼ਾਰਾਂ 'ਚ ਵੇਚਣਾ, ਇਹ ਤੇ ਆਮ ਘਟਨਾਵਾਂ ਸਨ। ਗੁਰੂ ਸਾਹਿਬਾਨ ਨੇ ਸਮਾਜ ਨੂੰ ਬਦਲਿਆ। ਸਤਿਗੁਰੂ ਜੀ ਨੇ ਸਾਨੂੰ ਭਗਤੀ ਤੇ ਸ਼ਕਤੀ, ਸਾਨੂੰ ਸਰੀਰਕ ਤੌਰ ਤੇ, ਆਤਮਿਕ ਤੌਰ ਤੇ, ਸਾਨੂੰ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੀ ਪ੍ਰੇਰਣਾ ਕੀਤੀ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਔਰ ਇਹ ਗੁਰੂ ਸਾਹਿਬਾਨ ਦੀ ਕਰਾਮਾਤ ਹੈ ਕਿ ਇਸੇ ਸਮਾਜ ਵਿੱਚੋਂ ਉਹ ਯੋਧੇ ਪੈਦਾ ਹੋਏ ਜਿਨ੍ਹਾਂ ਨੇ ਅਬਦਾਲੀ ਨੂੰ ਲਲਕਾਰਿਆ, ਜਿਨ੍ਹਾਂ ਨੇ ਆਓ ਦਰਾ ਖੈਬਰ ਦੇ ਸਾਹਮਣੇ ਕਿਲ੍ਹਾ ਲੋਹਗੜ੍ਹ ਜਮਰੌਦ ਦੇ ਕੋਲ ਬਣਾ ਦਿੱਤਾ ਤੇ ਉਹਨਾਂ ਅਬਦਾਲੀਆਂ ਦੁਰਾਨੀਆਂ ਨੂੰ ਸਦੀਵੀ ਤੌਰ ਤੇ ਨੱਥ ਪਾ ਦਿੱਤੀ, ਕੋਈ ਇਸ ਧਰਤੀ ਤੇ ਨਾ ਆਏ। ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਅਸੀਂ ਧਰਮ ਦੇ ਨਾਂ ਤੇ ਜਜ਼ਬਾਤੀ ਹੋ ਜਾਂਦੇ ਬੜੀ ਜਲਦੀ।
ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਧਾਨ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਗੁਰਬਾਣੀ ਸਾਨੂੰ ਵਿਹਲਿਆਂ ਬੈਠ ਕੇ ਕੋਈ ਕੰਮ ਕਰਨ ਦੀ ਗੱਲ ਨਹੀਂ ਕਹਿੰਦੀ। ਸਤਿਗੁਰੂ ਜੀ ਨੇ ਇੱਕੋ ਇੱਕ ਗੱਲ ਕਹੀ, ਘਾਲ ਖਾਏ ਖਿਛਾਤੋਂ ਦੇ ਨਾਨਕ ਰਹਾ ਪਛਾਣੇ ਸੀ। ਗੁਰ ਪੀਰ ਸਦਾਏ ਫਿਰ ਮੰਗਣ ਜਾਏ ਤਾਂ ਕਿ ਮੂਲ ਨਾ ਲਗੀਏ ਪਾਏ। ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ। ਮੈਂ ਬੇਨਤੀ ਤਾਂ ਕਰ ਰਿਹਾ ਕਿ ਅੱਜ ਵੀ ਸਾਡੇ ਸਮਾਜ ਵਿੱਚ ਅਨਬੈਲੈਂਸ ਬਣਦਾ ਜਾਂਦਾ। ਕੁਝ ਧਰਮ ਦੇ ਨਾਂ ਤੇ ਇਹੋ ਜਿਹੇ ਜੁੜਦੇ ਉਹ ਸੂਰਬੀਰਤਾ ਤਿਆਗੀ ਜਾਂਦੇ। ਤੁਸੀਂ ਦੇਖਦੇ ਆ ਕਈ ਸਾਡੇ ਇਹੋ ਜਿਹੇ ਧਰਮ ਸਥਾਨ ਨੇ ਜਿੱਥੇ ਕਹਿੰਦੇ ਕਿਰਪਾਨ ਪਾਉਣ ਦੀ ਲੋੜ ਹੀ ਨਹੀਂ ਹੈ ਸਿੱਖ ਨੂੰ ਹੁਣ, ਔਰ ਉਹਨਾਂ ਦੀਆਂ ਪੱਗਾਂ ਵੀ ਨਿੱਕੀਆਂ ਨਿੱਕੀਆਂ ਹੋ ਗਈਆਂ, ਦਸਤਾਰ ਦੀ ਵੀ ਲੋੜ ਨਹੀਂ, ਛੋਟੀ ਜਿਹੀ ਮੰਨ ਲਓ ਕੋਈ ਗੱਲ ਨਹੀਂ ਹੈ। ਉਹ ਸਾਡਾ ਜਿਹੜਾ ਅਸਲੀ ਰੂਪ ਸੀ ਨਾ ਸੰਤ ਸਿਪਾਹੀਆਂ ਵਾਲਾ, ਉਹਨੂੰ ਅਲੋਪ ਕਰਨ ਦੇ ਲਈ ਬੜੀਆਂ ਡੂੰਘੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਸਾਡੇ 'ਚ ਨੇ। ਸਾਡੇ 'ਚੋਂ ਵੀਰਤਾ ਖਤਮ ਹੋ ਜਾਏ, ਸਾਡੇ 'ਚ ਉਹ ਅਣਖ, ਸਾਡਾ ਉਹ ਸਵੈਮਾਨ ਖਤਮ ਹੋ ਜਾਏ। ਇਸ ਲਈ ਬੜੀਆਂ ਹੀ ਏਜੰਸੀਆਂ ਵੱਲੋਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ। ਖਾਸ ਕਰਕੇ ਆਪਾਂ ਦੇਖਦੇ ਧਰਮ ਦੀ ਦੁਨੀਆ 'ਚ ਨਾਮ ਜਪਣ ਦੇ ਨਾਂ ਤੇ ਇਹੋ ਜਿਹੇ ਕੰਮ ਚੱਲਦੇ ਨੇ ਜਿੱਥੇ ਆ ਕੇ ਅਸੀਂ ਆਪਣੇ ਸਤਿਗੁਰਾਂ ਦਾ ਉਹ ਆਦਰਸ਼ਕ ਮਾਰਗ ਜਿਹੜਾ ਹੈ, ਜਿਹਦੇ ਨਾਲ ਅਸੀਂ ਇਸ ਧਰਤੀ ਦੇ ਉੱਪਰ ਸਾਰੀ ਧਰਤੀ ਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਿੱਖੀ ਦੀ ਸ਼ਾਨ ਨੂੰ ਫੈਲਾਇਆ ਸੀ, ਉਹ ਅਸੀਂ ਤਿਆਗਦੇ ਚਲੇ ਜਾਂਦੇ ਹਾਂ। ਮੈਂ ਬੇਨਤੀ ਕਰ ਰਿਹਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਾਜਿਕ ਤੌਰ ਤੇ ਵੀ ਮਜ਼ਬੂਤ ਹੋਣ ਦੀ ਗੱਲ ਕਹੀ ਹੈ। ਅਸੀਂ ਗੁਰਦੁਆਰੇ ਆਉਂਦੇ ਹਾਂ, ਗੁਰੂ ਨਾਲ ਜੇ ਸਾਡਾ ਪਿਆਰ ਹੈ ਨਾ ਤੇ ਸਾਡਾ ਸੰਗਤ ਨਾਲ ਪਿਆਰ ਬਣਨਾ ਚਾਹੀਦਾ। ਹੁਣ ਜੇ ਮੈਂ ਗੁਰਦੁਆਰੇ ਆਵਾਂ, ਮੈਨੂੰ ਪਤਾ ਹੀ ਨਹੀਂ ਸਾਡੀ ਸੰਗਤ 'ਚ ਕੌਣ ਰਹਿੰਦਾ ਜਾਂ ਸੰਗਤ ਦੇ ਲੋਕਾਂ ਨੂੰ ਮੈਨੂੰ ਨਾ ਪਤਾ ਮੈਂ ਕਿਵੇਂ ਰਹਿੰਦਾ, ਤੇ ਇਹਦਾ ਮਤਲਬ ਕਿ ਅਸੀਂ ਇਕੱਲਾ ਗੁਰੂ ਨੂੰ ਮੱਥਾ ਟੇਕ ਕੇ ਚਲੇ ਗਏ, ਇੱਦਾਂ ਹੀ ਧਾਰਮਿਕ ਬਣ ਗਏ। ਸਾਡੀ ਸੰਗਤੀ ਸਾਂਝ ਹੋਣੀ ਚਾਹੀਦੀ ਹੈ। ਸੰਗਤੀ ਤੌਰ ਤੇ ਇੱਕ ਬੰਦੇ ਤੇ ਕੋਈ ਔਖਾ ਸਮਾਂ ਹੁੰਦਾ ਹੈ ਤੇ ਬਾਕੀ ਸੰਗਤ ਉਹਦੇ ਨਾਲ ਖੜੀ ਹੋ ਜਾਏ। ਸਾਡਾ ਇੱਕ ਪਰਿਵਾਰ ਹੈ, ਸੰਗਤ ਜਿਹੜੀ ਸਾਡਾ ਪਰਿਵਾਰ ਹੈ, ਇਹ ਸਾਡਾ ਸਮਾਜ ਹੈ। ਸਾਡੀ ਸੰਗਤ ਦਾ ਹਰ ਬੰਦਾ ਜਿਹੜਾ ਹੈ ਉਹ ਸਾਡੇ ਇਸ ਪਰਿਵਾਰ ਦਾ ਜੀ ਹੈ। ਪਰ ਮਾਫ ਕਰਨਾ, ਉਹ ਸਾਂਝ ਸਾਡੀ ਟੁੱਟ ਗਈ ਹੈ। ਹੁਣ ਆਪਾਂ ਦੇਖਦੇ ਹੀ ਹਾਂ, ਆਏ ਮੱਥਾ ਟੇਕਿਆ ਚਲੇ ਗਏ, ਕੁਝ ਬੈਠ ਗਏ, ਕੁਝ ਚਲੇ ਗਏ। ਆਪਾਂ ਆਪਣੇ ਮਹੱਲੇ 'ਚ ਆਪਣੀ ਗਲੀ 'ਚ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਆ। ਸੰਗਤੀ ਤੌਰ ਤੇ ਹਾਂ ਸਾਡੀ, ਅਸੀਂ ਕਿਸੇ ਹੋਰ ਪਾਸੇ ਜੁੜੇ ਹਾਂ, ਕੋਈ ਹੋਰ ਪਾਸੇ ਜੁੜਿਆ, ਕੋਈ ਹੋਰ ਪਾਸੇ ਜੁੜਿਆ, ਆਪਾਂ ਸਾਰੇ ਹੀ ਧਾਰਮਿਕ, ਆਪਣੇ ਆਪ ਨੂੰ ਧਾਰਮਿਕ ਖੋਹਨੇ ਆ। ਜੇ ਅਸੀਂ ਸਮਾਜਿਕ ਸਾਂਝ ਨਾ ਬਣਾ ਸਕੇ, ਜੇ ਅਸੀਂ ਸਮਾਜਿਕ ਤੌਰ ਤੇ ਮਜ਼ਬੂਤ ਨਾ ਹੋ ਸਕੇ, ਇਹ ਗੱਲ ਚੇਤੇ ਰੱਖੋ, ਕਿਸੇ ਗੈਬੀ ਤਾਕਤ ਨੇ ਸਾਨੂੰ ਨਹੀਂ ਬਚਾਉਣਾ। ਸਾਡਾ ਸਮਾਜ ਮਜ਼ਬੂਤ ਹੋਣਾ ਚਾਹੀਦਾ। ਸਮਾਜ ਮਜ਼ਬੂਤ ਹੋਏਗਾ, ਸਾਡੇ ਪਰਿਵਾਰ ਮਜ਼ਬੂਤ ਹੋਣਗੇ। ਅੱਜ ਕੀ ਹੈ, ਕੋਈ ਸੰਗ, ਕੋਈ ਸ਼ਰਮ, ਕੋਈ ਸਮਾਜ ਵਾਲੀ ਗੱਲ ਲੈ ਹੀ ਨਹੀਂ ਗਈ। ਸਮਾਜ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਕਮਜ਼ੋਰ ਪੈਂਦੀਆਂ ਜਾਂਦੀਆਂ ਨੇ, ਸਮਾਜ ਤੇ ਪਰਿਵਾਰ ਟੁੱਟਦੇ ਚਲੇ ਜਾਂਦੇ ਨੇ। ਅਸੀਂ ਗੁਰਮਤਿ ਦੀ ਅਸਲੀ ਜਿਹੜਾ ਮੈਸੇਜ ਹੈ ਨਾ, ਉਹਨੂੰ ਪੂਰਨ ਤੌਰ ਤੇ ਸਮਝ ਕੇ ਲਾਗੂ ਨਹੀਂ ਕਰ ਸਕੇ। ਕਿੰਨੀ ਸੋਹਣੀ ਗੱਲ ਕਹੀ ਭਾਈ ਪਾਰੋ ਜੀ ਨੇ, ਸਤਿਗੁਰੂ ਜੀ, ਕੋਈ ਸਿੱਖ ਅੱਜ ਆ ਗਿਆ, ਕੋਈ ਸਵੇਰੇ ਆ ਗਿਆ, ਕੋਈ ਤਕਾਲਾਂ ਨੂੰ ਆ ਗਿਆ। ਆਪਾਂ ਕਦੇ ਇਕੱਠੇ ਹੀ ਨਹੀਂ ਹੁੰਦੇ, ਇੱਕ ਦੂਜੇ ਨੂੰ ਜਾਣਦੇ ਨਹੀਂ, ਕੌਣ ਕਿੱਥੋਂ ਦਾ ਰਹਿਣ ਵਾਲਾ ਹੈ, ਕਿਹੜਾ ਸਿੱਖ ਜਿਹੜਾ ਹੈ ਇਹ ਕਿਸ ਤਰ੍ਹਾਂ ਦਾ ਹੈ, ਇਹ ਸਾਨੂੰ ਪਤਾ ਤੇ ਹੋਣਾ ਚਾਹੀਦਾ ਨੇ। ਜੇ ਸਿੱਖ ਨੂੰ ਸਿੱਖ ਬਾਰੇ ਪਤਾ ਨਹੀਂ ਹੈ, ਦੇਖੋ ਨਾ ਅੱਜ ਸਾਡਾ ਸੁਭਾਅ ਕੀ ਬਣ ਗਿਆ। ਗੁਰਦੁਆਰੇ ਆਉਂਦੇ ਆ, ਇੱਥੇ ਆਪਾਂ ਬੈਠੇ ਹੁੰਦੇ ਆ ਤੇ ਗਲੀ ਵਿੱਚ ਜਾਂਦੇ ਹੁੰਦੇ ਆਪਾਂ ਕਿਸੇ ਨੂੰ ਫਤਿਹ ਬੁਲਾ ਕੇ ਰਾਜੀ ਨਹੀਂ ਆ। ਜੇ ਕੋਈ ਬੁਲਾ ਦੇਵੇ ਤੇ ਆਪਾਂ ਵੱਖਰੇ ਜੇ ਲੰਘ ਜਾਂਦੇ ਆ, ਕਿਤੇ ਮਿਲ ਹੀ ਨਾ ਪਏ, ਉੱਥੇ ਜਾ ਕੇ ਸਾਡੇ ਵੱਖਰੇਵੇਂ ਸ਼ੁਰੂ ਹੋ ਜਾਂਦੇ ਨੇ। ਇਦਾਂ ਹੀ ਆ ਨਾ ਸਾਡਾ ਸਮਾਜ। ਅਸੀਂ ਸਮਾਜਿਕ ਤੌਰ ਤੇ ਬਹੁਤ ਪਛੜਦੇ ਜਾਂਦੇ ਆ। ਸਾਨੂੰ ਸਾਡੇ ਸਤਿਗੁਰੂ ਜੀ ਨੇ ਇੱਕ ਅਜਿਹਾ ਸਮਾਜ ਦਿੱਤਾ ਸੀ ਜਿਹੜਾ ਅਸੀਂ ਮਜ਼ਬੂਤ ਹੋ ਸਕੇ। ਔਰ ਸਿੱਖੀ ਦੀ ਇਹ ਗੱਲ ਲੋਕਾਂ ਦੀ ਚਰਚਾ ਸੀ। ਜਦੋਂ ਭਾਈ ਰਤਨ ਸਿੰਘ ਜੀ ਨੇ ਸਿੱਖੀ ਦਾ ਇਤਿਹਾਸ ਸੁਣਾਇਆ ਔਰ ਸਿੱਖੀ ਦੀ ਗੱਲ ਚੱਲਦੀ ਹੈ, ਨਾਦਰ ਜਦੋਂ ਜਾਂਦਾ ਹੈ ਨਾ ਤੇ ਉਹਨੂੰ ਲੁੱਟਦੇ ਨੇ ਸਿੰਘ, ਤੇ ਉਹ ਜਾ ਕੇ ਜ਼ਕਰੀਆ ਖਾਨ ਨੂੰ ਪੁੱਛਦਾ ਹੈ ਇਹ ਸਿੱਖ ਕੌਣ ਨੇ, ਮੇਰੇ ਤੋਂ ਤੇ ਹਿੰਦੁਸਤਾਨ ਦਿੱਲੀ ਦਰਬਾਰ ਡਰਦਾ ਹੈ। ਦੇਖੋ ਦਿੱਲੀ ਦੇ ਬਾਦਸ਼ਾਹ ਨੇ ਆਪਣੀ ਲੜਕੀ ਦਿੱਤੀ ਉਹਦੇ ਮੁੰਡੇ ਨੂੰ, ਡੋਲੇ ਦੇ ਦੇ ਕੇ ਉਹਨਾਂ ਨੇ ਆਪਣੀਆਂ ਗੱਦੀਆਂ ਬਚਾਈਆਂ। ਅੱਜ ਜਿੰਨੇ ਆਪਣੇ ਨਾਲ ਵੱਡੇ ਵੱਡੇ ਖਿਤਾਬ ਲਾਈ ਫਿਰਦੇ ਨੇ ਪੁਰਾਣੇ, ਉਹ ਐਵੇਂ ਨਹੀਂ ਲੱਗੇ ਹੋਏ, ਉਹਨਾਂ ਕੁਰਬਾਨੀਆਂ ਕੀਤੀਆਂ ਨੇ ਇਸ ਪੱਖ ਤੋਂ। ਸੋ ਉਹ ਨਾਦਰ ਕਹਿੰਦਾ ਕਿ ਕੌਣ ਨੇ ਲੋਕ ਮੈਨੂੰ ਲੁੱਟਣ ਵਾਲੇ। ਤੇ ਫਿਰ ਜ਼ਕਰੀਆ ਖਾਨ ਸਿੱਖਾਂ ਦੀ ਤਾਰੀਫ ਦੱਸਦਾ ਹੈ। ਭਾਈ ਰਤਨ ਸਿੰਘ ਜੀ ਨੇ ਲਿਖਿਆ ਤੇ ਉੱਥੇ ਲਿਖਦਿਆਂ ਇੱਕ ਗੱਲ ਲਿਖੀ, ਇਨਮੇ ਹੈ ਇਤਫਾਕ ਮਹਾਨਾ, ਸਿੱਖ ਸਿੱਖ ਪੇ ਵਾਰਤ ਪ੍ਰਾਨਾ। ਇਹਨਾਂ 'ਚ ਇਤਫਾਕ ਬੜਾ ਹੈ, ਇਹਨਾਂ 'ਚ ਪਿਆਰ ਬੜਾ ਹੈ। ਇੱਕ ਸਿੱਖ ਦੂਜੇ ਸਿੱਖ ਤੋਂ ਆਪਣੇ ਪ੍ਰਾਣ ਕੁਰਬਾਨ ਕਰਨ ਤੱਕ ਚਲਿਆ ਜਾਂਦਾ ਹੈ। ਇਹ ਸਾਡਾ ਇਤਿਹਾਸ ਹੈ। ਅਸੀਂ ਸਮਾਜਿਕ ਤੌਰ ਤੇ ਇੰਨੇ ਮਜ਼ਬੂਤ ਸਾਂ, ਉਹ ਮਜ਼ਬੂਤੀ ਅੱਜ ਵੀ ਸਾਨੂੰ ਬਣਾਉਣੀ ਚਾਹੀਦੀ ਹੈ। ਭਾਈ ਸਾਹਿਬ ਕਹਿੰਦੇ ਮਹਾਰਾਜ ਆ ਰਹੇ ਨੇ, ਜਾ ਰਹੇ ਨੇ, ਪਤਾ ਨਹੀਂ ਇੱਕ ਦੂਜੇ ਬਾਰੇ। ਆਪਾਂ ਕੋਈ ਇਹੋ ਜਿਹਾ ਦਿਨ ਨੀਅਤ ਕਰ ਲਈਏ ਜਦੋਂ ਸਾਰੇ ਸਿੱਖ ਸਾਲ 'ਚ ਇੱਕ ਵਾਰੀ ਤੇ ਇਕੱਠੇ ਹੋਣ,
ਆਪਸ ਵਿੱਚ ਮਿਲਣ, ਸਾਡੀ ਸਾਂਝ ਬਣੇ, ਇੱਕ ਦੂਜੇ ਨੂੰ ਜਾਣੀਏ, ਆਪਾਂ ਪਹਿਚਾਣੀਏ। ਕਹਿ ਕੀ ਕਹਿ ਸੋ ਹੋਵੇ ਨਾ ਚਿਨਾਰੀ, ਦਰਸ ਜਾਏ ਕਰ ਵਾਰੋ ਵਾਰੀ। ਮਹਾਰਾਜ ਜੀ ਇੱਕ ਸਿੱਖ ਦੀ ਦੂਜੇ ਦੇ ਨਾਲ ਜਾਣ ਪਛਾਣ ਹੀ ਨਹੀਂ ਹੈ, ਪਤਾ ਹੀ ਨਹੀਂ ਹੈ। ਹੁਣ ਵੀ ਇਦਾਂ ਨਾ, ਕਈ ਵਾਰੀ ਗੁਆਂਢ 'ਚ ਹੀ ਰਹਿੰਦੇ ਆਪਾਂ ਤੇ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਸਾਡੇ ਨੇੜੇ ਹੀ ਰਹਿੰਦੇ ਹੋ। ਇਹ ਕਹਿਣ ਲੱਗੇ ਸਿੱਖ ਦੀ ਸਿੱਖ ਨਾਲ ਪਹਿਚਾਣ ਕਿੱਦਾਂ ਹੋਏਗੀ ਜੇ ਆਪਾਂ ਇਕੱਠੇ ਨਾ ਹੋਏ ਤਾਂ। ਕੋਈ ਅੱਜ, ਕੋਈ ਕੱਲ, ਕੋਈ ਬਾਅਦ 'ਚ ਆ ਗਿਆ। ਕੋਈ ਇਹੋ ਜਿਹਾ ਆਪਾਂ ਇੱਕ ਦਿਨ ਨੀਅਤ ਕਰੀਏ ਜਿੱਦਣ ਸਾਰੀ ਸਿੱਖ ਸੰਗਤ ਇਕੱਠੀ ਹੋਏ, ਇੱਕ ਜੋੜ ਮੇਲਾ ਆਪਾਂ ਨੀਅਤ ਕਰ ਲਈਏ। ਆਪਸ ਮੈਂ ਜਬ ਪ੍ਰਾਪਤ ਮੇਲਾ, ਬਹੁ ਭਗਤ ਬੋ ਵਿਦੇ ਸੁਹੇਲਾ। ਜਦੋਂ ਅਸੀਂ ਆਪਸ ਵਿੱਚ ਇਕੱਠੇ ਹੋ ਜਾਵਾਂਗੇ, ਦੇਖੋ ਯੂਨੀਅਨ ਇਜ਼ ਸਟਰੈਂਥ, ਏਕਤਾ ਦੇ ਵਿੱਚ ਬਲ ਹੁੰਦਾ। ਕੀੜੀਆਂ ਵੀ ਇਕੱਠੀਆਂ ਹੋ ਜਾਣ ਨਾ, ਕੀੜੀਆਂ ਵੀ, ਤੇ ਵੱਡੇ ਵੱਡੇ ਜਿਹੜੇ ਸੱਪ ਨੇ ਉਹਨਾਂ ਨੂੰ ਮਾਰ ਦਿੰਦੀਆਂ ਨੇ। ਆ ਤੁਸੀਂ ਡਿਸਕਵਰੀ ਚੈਨਲ ਕਦੀ ਦੇਖੋ, ਕਈ ਵਾਰੀ ਮੱਝਾਂ ਇਕੱਠੀਆਂ ਹੋ ਕੇ ਬੱਬਰ ਸ਼ੇਰ ਨੂੰ ਭਜਾ ਦਿੰਦੀਆਂ ਨੇ, ਨਿੱਕੇ ਨਿੱਕੇ ਕੁੱਤੇ ਇਕੱਠੇ ਹੋ ਕੇ ਬੱਬਰ ਸ਼ੇਰ ਨੂੰ ਭਾਜੜ ਪਾ ਦਿੰਦੇ ਨੇ। ਇਹ ਏਕਤਾ ਦੀ ਗੱਲ ਹੈ। ਔਰ ਸਤਿਗੁਰੂ ਜੀ ਨੇ ਤੇ ਸਾਨੂੰ ਏਕਤਾ ਦਿੱਤੀ ਬੜੇ ਵੱਡੇ ਪੱਧਰ ਤੇ ਹੈ। ਗੁਰਮਤਿ ਦੀ ਗੱਲ ਇੱਕ ਤੋਂ ਸ਼ੁਰੂ ਹੁੰਦੀ, ਇੱਕ ਓਅੰਕਾਰ, ਇੱਕ ਏਕਤਾ ਦਾ ਪ੍ਰਤੀਕ ਹੈ। ਤੇ ਜਿਹੜਾ ਇੱਕ ਓਅੰਕਾਰ ਦਾ ਉਪਾਸ਼ਕ ਹੈ, ਉਹਨੂੰ ਤੇ ਏਕਤਾ ਬਣਾਉਣੀ ਚਾਹੀਦੀ ਹੈ ਨਾ, ਉਹਨੂੰ ਤੇ ਸਮਾਜ 'ਚ ਏਕਤਾ ਦੀ ਗੱਲ ਕਰਨੀ ਚਾਹੀਦੀ ਹੈ। ਸਮਾਜ ਨੂੰ ਜਦੋਂ ਵੀ ਗੁਲਾਮ ਬਣਾਇਆ ਜਾਂਦਾ ਹੈ, ਕਿਸੇ ਮੁਲਕ ਨੂੰ ਜਦੋਂ ਵੀ ਗੁਲਾਮ ਬਣਾਇਆ ਜਾਂਦਾ ਹੈ, ਔਰ ਇੱਕੋ ਹੀ ਇੱਕ ਤਰੀਕਾ ਵਰਤਿਆ ਜਾਂਦਾ, ਡਿਵਾਈਡ ਐਂਡ ਰੂਲ। ਉਹਨੂੰ ਵੰਡ ਦਿਓ ਤੇ ਉਹਨਾਂ ਤੇ ਰਾਜ ਕਰੋ। ਜਿਵੇਂ ਅੱਜ ਸਾਡੇ 'ਚ ਵੀ ਆਪਾਂ ਦੇਖਦੇ ਹਾਂ, ਅਸੀਂ ਧਰਮ ਦੇ ਨਾਂ ਤੇ, ਜਥੇਬੰਦੀਆਂ ਦੇ ਨਾਂ ਤੇ, ਅਸੀਂ ਇਵੇਂ ਕਹਿ ਲਓ ਸੰਪਰਦਾਵਾਂ ਦੇ ਨਾਂ ਤੇ ਆਪਸ ਵਿੱਚ ਹੀ ਭਿੜੀ ਚਲੇ ਜਾਂਦੇ। ਹੁਣ ਸਿੱਖ ਸਿੱਖ ਨਾਲ ਲੜੇ, ਇਹ ਕਿੱਥੋਂ ਦੀ ਗੱਲ ਹੈ ਜੀ? ਕੋਈ ਕਹੇ ਜੀ ਮੈਂ ਤੇਰੇ ਤੋਂ ਵੱਡਾ, ਤੂੰ ਮੇਰੇ ਤੋਂ ਛੋਟਾ, ਮੇਰਾ ਮਾਰਗ ਤੇਰੇ ਤੋਂ ਵੱਡਾ, ਤੇਰਾ ਛੋਟਾ, ਇਹ ਤੇ ਸਿੱਖੀ ਦਾ ਮਾਰਗ ਨਹੀਂ ਹੈ। ਸਿੱਖੀ ਵਿੱਚ ਤਾਂ ਸਾਰੇ ਹੀ ਬਰਾਬਰ ਨੇ। ਜਿਹੜਾ ਗੁਰੂ ਦੀ ਹਜ਼ੂਰੀ 'ਚ ਆ ਗਿਆ ਉਹ ਸਤਿਕਾਰਯੋਗ ਹੈ, ਉਹ ਗੁਰੂ ਦੇ ਪਿਆਰ ਵਾਲਾ ਬਣ ਗਿਆ। ਇਸ ਕਰਕੇ ਇਹਨਾਂ ਕਿਹਾ ਮਹਾਰਾਜ ਕੋਈ ਇਹੋ ਜਿਹਾ ਦਿਨ ਨੀਅਤ ਕਰੋ, ਸਿੱਖ ਨੂੰ ਸਿੱਖ ਬਾਰੇ ਤਾਂ ਪਤਾ ਲੱਗੇ, ਸਾਡੀ ਜਾਣ ਪਛਾਣ ਵਧੇ, ਸਾਡਾ ਆਪਸੀ ਬਲ ਵਧੇਗਾ, ਸਾਡੀ ਤਾਕਤ ਵਧੇਗੀ। ਕਰਬੇ ਉਚਿਤ ਹੋਏ ਅਸਬਾਤੀ, ਆਵੇ ਸੰਗਤ ਔਰ ਹਰ ਖਾਤੀ। ਬੜੀਆਂ ਇਹ ਭਾਵਪੂਰਤ ਗੱਲਾਂ ਨੇ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਕਰੋਗੇ ਨਾ, ਕਿਉਂਕਿ ਅਸੀਂ ਗਥਾਵਾਂ ਦੀ ਗੰਭੀਰਤਾ 'ਚ ਨਹੀਂ ਜਾਂਦੇ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਸਤ ਸੰਗਤ ਕਰਿਆ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਤੋਂ ਇੱਕ ਸਾਂਝੀ ਖੇਤੀ ਦੀ ਗੱਲ ਸ਼ੁਰੂ ਕੀਤੀ। ਸਾਂਝੀ ਖੇਤੀ, ਰਲ ਮਿਲ ਕੇ ਆਪਸੀ ਇੱਕ ਦੂਜੇ ਦੀ ਮਦਦ ਕਰਕੇ ਖੇਤੀ ਕਰਿਆ ਕਰੋ, ਝੱਟ ਗਰੀਬੀ ਕੱਟੀ ਜਾਂਦੀ ਜਿੱਥੇ ਮੇਲ ਜੋਲ ਹੋ ਜਾਏ। ਅੱਜ ਸਾਡੇ ਜ਼ਿਮੀਂਦਾਰਾਂ ਦੇ ਕਰਜ਼ਾਈ ਹੋਣ ਦਾ ਕਾਰਨ ਇਹ ਨਹੀਂ ਕਿ ਉਹਨਾਂ ਨੂੰ ਆਮਦਨ ਘੱਟ ਹੈ। ਆਪਾਂ ਅੱਜ ਤੋਂ 30 ਸਾਲ 40 ਸਾਲ 50 ਸਾਲ ਪਹਿਲਾਂ ਦੇਖਦੇ ਕਿੰਨੀ ਕੁ ਕਣਕ ਹੁੰਦੀ ਸੀ, ਝੋਨਾ ਤੇ ਹੁੰਦਾ ਹੀ ਨਹੀਂ ਸੀ ਪੰਜਾਬ ਦੀ ਧਰਤੀ ਤੇ ਕਦੀ। ਔਰ 6 ਮਹੀਨਿਆਂ ਬਾਅਦ ਕਿਤੇ ਸਾਲ ਬਾਅਦ ਇੱਕ ਫਸਲ ਆਉਂਦੀ ਸੀ। ਆ ਮਾਲਵੇ ਦੀ ਧਰਤੀ 'ਚ ਕੀ ਹੁੰਦਾ ਸੀ? ਪਾਣੀ ਦਾ ਹੀ ਪ੍ਰਬੰਧ ਨਹੀਂ ਸੀ, ਇੱਧਰ ਤੇ ਰੇਤ ਹੀ ਰੇਤ ਸੀ। ਲੇਕਿਨ ਸਾਡੇ ਬਜ਼ੁਰਗ ਖੁਸ਼ਹਾਲ ਸਨ, ਉਦੋਂ ਕਰਜ਼ਾਈ ਨਹੀਂ ਸਨ ਅੱਜ ਵਾਂਗੂ। ਅੱਜ ਇੰਨਾ ਕੁਝ ਹੁੰਦਿਆਂ ਕਰਜ਼ਾਈ ਕਿਉਂ ਹੈ? ਕਾਰਨ ਇਹ ਹੈ ਕਿ 4 ਭਰਾ ਨੇ, ਚਾਰਾਂ ਦੀ 10 ਕਿੱਲੇ ਜ਼ਮੀਨ 2-2 ਕਿੱਲੇ ਆ ਗਈ, 4 ਨੇ ਟਰੈਕਟਰ ਕਰਜ਼ੇ ਤੇ ਲੈ ਕੇ ਰੱਖ ਲਏ ਨੇ। ਹਾਲਾਂਕਿ ਇੱਕ ਟਰੈਕਟਰ ਵੀ ਕੰਮ ਚਲਾ ਸਕਦਾ, ਪਰ ਮੈਂ ਉਹਦਾ ਨਹੀਂ ਵਰਤਣਾ, ਮੁੱਲ ਲੈ ਲਵਾਂਗਾ, ਕਰਜ਼ਾਈ ਹੋ ਜਾਵਾਂਗਾ। ਇਹ ਹੈ ਸਾਡੇ ਕਰਜ਼ਾਈ ਹੋਣ ਦਾ ਕਾਰਨ, ਇਹ ਹੈ ਸਾਡੇ ਪਛੜਨ ਦਾ ਕਾਰਨ। ਜਿਹੜੀਆਂ ਖੁਦਕਸ਼ੀਆਂ ਨਹੀਂ ਹੋ ਰਹੀਆਂ ਉਹਦਾ ਕਾਰਨ ਇਹ ਹੈ। ਸਤਿਗੁਰੂ ਜੀ ਨੇ ਇੱਕ ਸਾਂਝੀ ਖੇਤੀ ਸ਼ੁਰੂ ਕੀਤੀ, ਉਹ ਮਿਲ ਕੇ ਖੇਤੀ ਕਰਿਆ ਕਰੋ, ਰਲ ਮਿਲ ਕੇ ਚੱਲਿਆ ਕਰੋ, ਇੱਕ ਦੂਜੇ ਨੂੰ ਸਹਿਯੋਗ ਦਿਆ ਕਰੋ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਕ ਇੱਕ ਨੁਕਤਾ ਤੁਸੀਂ ਦੇਖਦੇ ਜਾਇਓ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖੇਡਾਂ ਦਾ ਕੰਮ ਸ਼ੁਰੂ ਕੀਤਾ। ਕਦੀ ਖਨੂਰ ਸਾਹਿਬ ਜਾਓ, ਉੱਥੇ ਮੱਲ ਅਖਾੜੇ ਗੁਰਦੁਆਰਾ ਹੈ, ਉੱਥੇ ਅਖਾੜੇ ਉੱਦਾਂ ਹੈ ਕਿ ਨਹੀਂ ਹੈ ਮੈਨੂੰ ਪਤਾ ਨਹੀਂ, ਪਰ ਮੱਲ ਅਖਾੜੇ ਨਾਂ ਹੈਗਾ। ਸਤਿਗੁਰੂ ਜੀ ਉਸੇ ਕੁਸ਼ਤੀਆਂ ਕਰਾਉਂਦੇ ਸਨ, ਗੇਮਾਂ ਕਰਾਉਂਦੇ ਸਨ ਬੱਚਿਆਂ ਦੀਆਂ, ਕਿ ਬੱਚੇ ਸਾਡੇ ਸਰੀਰਕ ਤੌਰ ਤੇ ਤੰਦਰੁਸਤ ਰਹਿਣ। ਸਤਿਗੁਰੂ ਜੀ ਬੱਚਿਆਂ ਨੂੰ ਆਪ ਪੜ੍ਹਾਇਆ ਕਰਦੇ ਸਨ, ਗੁਰਮੁਖੀ ਆ ਕਾਇਦੇ ਬਣਾਏ ਸਤਿਗੁਰੂ ਜੀ ਨੇ, ਆਪ ਪੜ੍ਹਾਇਆ ਕਰਦੇ ਸਨ। ਇਸੇ ਬੱਚਿਆਂ ਨੂੰ ਐਜੂਕੇਟ ਕਰਨ ਦਾ ਪ੍ਰਬੰਧ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਵੇਲੇ ਕਿ ਸਾਰੀ ਸੰਗਤ ਦਾ ਆਪਸੀ ਮੇਲ ਹੋਣਾ ਚਾਹੀਦਾ ਹੈ। ਕੋਈ ਆਪਾਂ ਇੱਕ ਇਹੋ ਜਿਹਾ ਦਿਨ ਨੀਅਤ ਕਰ ਲਈਏ ਜਦੋਂ ਸਾਰੀ ਸੰਗਤ ਇਕੱਠੀ ਹੋਵੇ। ਇਹ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ 10ਵੇਂ ਸਤਿਗੁਰੂ ਜੀ ਤੱਕ ਸਤਿਗੁਰੂ ਜੀ ਨੇ ਇੱਕ ਬੜਾ ਵਿਸ਼ਾਲ, ਬੜਾ ਮਜ਼ਬੂਤ ਇੱਕ ਪੰਥ ਖੜਾ ਕਰ ਦਿੱਤਾ, ਜਿਨੇ ਹਿੰਦੁਸਤਾਨ ਦੀ ਆਲਮਗੀਰੀ ਹਕੂਮਤ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਸਿੱਖਾਂ ਦੀ ਗਿਣਤੀ ਕੋਈ ਬਹੁਤ ਵੱਡੀ ਨਹੀਂ ਸੀ, ਅੱਜ ਤੋਂ ਘੱਟ ਹੀ ਹੋਏਗੀ। ਉਸ ਵੇਲੇ ਦੀ ਹਕੂਮਤ ਅੱਜ ਨਾਲੋਂ ਮਜ਼ਬੂਤ ਸੀ, ਔਰੰਗਜ਼ੇਬ ਦੀ ਹਕੂਮਤ। ਲੇਕਿਨ ਉਹਨਾਂ ਸਮਿਆਂ 'ਚ ਸਿੱਖਾਂ ਨੇ ਬਹਾਦਰੀ ਦੇ ਨਾਲ ਸਰਹੰਦ ਰਿਆਸਤ, ਜਿਹੜੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਨੂੰ ਸਰ ਹਿੰਦ ਕਿਹਾ ਜਾਂਦਾ ਸੀ, ਔਰ ਹਿੰਦੁਸਤਾਨ ਦੇ ਵਿੱਚ ਇਹ ਸਭ ਤੋਂ ਸ਼੍ਰੋਮਣੀ ਰਿਆਸਤ ਸੀ। ਇਸ ਰਿਆਸਤ ਦੇ ਉੱਪਰ ਲਿਆ ਕੇ ਸਿੱਖਾਂ ਨੇ ਆਪਣਾ ਰਾਜ ਕਾਇਮ ਕਰ ਲਿਆ।
ਇਹ ਤਾਕਤ ਕਿੱਥੋਂ ਆਈ? ਗੁਰਬਾਣੀ ਨਾਲ ਜੁੜ ਕੇ ਆਪਸੀ ਮੇਲ ਮਿਲਾਪ ਦੇ ਵਿੱਚੋਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇ ਕੋਲ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਅਸੀਂ ਕਦੇ ਇਕੱਠੇ ਹੋਈਏ, ਮਿਲੀਏ, ਬੈਠੀਏ, ਸਾਡੀ ਆਪਸੀ ਸਾਂਝ ਬਣੇ, ਕੋਈ ਐਦਾਂ ਦਾ ਵੀ ਆਪਾਂ ਉਪਰਾਲਾ ਕਰੀਏ ਜੀ। ਏਕ ਦਿਵਸ ਮੈਂ ਮੇਲੋ ਹੋਏ, ਬਹੁ ਦੇਸ਼ਨਪੁਰ ਸੰਗਤ ਜੋਏ। ਜਦੋਂ ਇੱਕ ਦਿਨ ਅਸੀਂ ਇਕੱਠੇ ਹੋਵਾਂਗੇ, ਦੇਸਾਂ ਪ੍ਰਦੇਸਾਂ ਤੋਂ ਦੁਨੀਆ ਦੂਰੋਂ ਦੂਰੋਂ ਚੱਲ ਕੇ ਆਏਗੀ, ਸਾਨੂੰ ਪਤਾ ਲੱਗੇਗਾ। ਇੱਕ ਤੇ ਪਤਾ ਲੱਗੇਗਾ ਸਿੱਖੀ ਬਈ ਕਿੰਨੀ ਕੁ ਹੈ, ਕਿੰਨੀ ਕੁ ਸੰਗਤ ਹੈ ਸਾਡੀ, ਕਿੱਥੇ ਕਿੱਥੇ ਰਹਿੰਦੀ, ਇੱਕ ਦੂਜੇ ਨੂੰ ਪਤਾ ਲੱਗੇਗਾ। ਰਾਵਰ ਕੀ ਰਜਾਏ ਬਨ ਜੈ ਹੈ, ਦੂਰ ਦੂਰ ਕੇ ਸਿੱਖ ਮਿਲੇ ਹੈ। ਜੇ ਤੁਹਾਡਾ ਹੁਕਮ ਹੋ ਜਾਏ ਤੇ ਦੂਰ ਦੂਰ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਇੱਕ ਦੂਜੇ ਨੂੰ ਮਿਲ ਲੈਣਗੀਆਂ, ਸਾਡਾ ਪਿਆਰ ਵਧੇਗਾ। ਸੁਨ ਸ਼੍ਰੀ ਅਮਰ ਭਏ ਪ੍ਰਸੰਨ, ਕਯੋ ਬਾਕ ਪਾਰੋ ਤੁਮ ਧਨ। ਸਤਿਗੁਰ ਜੀ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ ਪਾਰੋ ਤੂੰ ਬਹੁਤ ਧੰਨ ਹੈ, ਕਿੱਡਾ ਵਧੀਆ ਖਿਆਲ ਹੈ ਤੇਰਾ, ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਕਿੰਨਾ ਸੋਹਣਾ ਤੂੰ ਸੁਝਾਅ ਦਿੱਤਾ ਹੈ। ਪਰ ਉਪਕਾਰ ਵਿਚਾਰਨ ਕਰੈ, ਸਿੱਖ ਅਨੇਕ ਮਿਲੈ ਨਿਸਤਰੈ। ਤੁਸੀਂ ਪਰਉਪਕਾਰ ਦੀ ਗੱਲ ਕੀਤੀ ਹੈ, ਦੂਜਿਆਂ ਦੇ ਭਲੇ ਦੀ ਗੱਲ ਕੀਤੀ ਹੈ। ਸਿੱਖੀ ਜੋ ਮਾਰਗ ਹੈ ਇਹ ਮਨੁੱਖਤਾ ਦੇ ਭਲੇ ਲਈ ਹੈ। ਸਿੱਖੀ ਕਿਸੇ ਦੀ ਨਿੱਜੀ ਵਿਰਾਸਤ ਨਹੀਂ ਹੈ। ਮੈਂ ਅਕਸਰ ਕਹਿੰਦਾ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਇਹ ਸਮੁੱਚੀ ਮਾਨਵਤਾ ਦੀ ਅਮੋਲ ਵਿਰਾਸਤ ਹੈ। ਔਰ ਗੁਰੂ ਕੇ ਪੰਥ ਦੀ ਇੱਕ ਜ਼ਿੰਮੇਵਾਰੀ ਹੈ, ਜਿੱਥੇ ਵੀ ਧਰਤੀ ਤੇ ਮਨੁੱਖਤਾ ਤੇ ਕੋਈ ਪੀੜਾ ਆਏ, ਕੋਈ ਦੁੱਖ ਆਏ, ਕੋਈ ਬਿਪਤਾ ਆਏ, ਕਿਸੇ ਵੀ ਪੱਖ ਤੋਂ, ਉੱਥੇ ਜਾ ਕੇ ਗਰੀਬਾਂ ਦੀ, ਮਜਲੂਮਾਂ ਦੀ ਬਾਂਹ ਫੜਨੀ, ਇਹ ਪੰਥ ਦੀ ਡਿਊਟੀ ਲਾਈ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਨਿਭਾ ਰਹੇ ਨੇ ਗੁਰੂ ਪਿਆਰ ਵਾਲੇ, ਪਰ ਅਸੀਂ ਕਿੱਥੋਂ ਤੱਕ ਕਰਦੇ ਹਾਂ ਇਹ ਅਸੀਂ ਸੋਚਣਾ ਹੈ। ਜੋ ਨਹੀਂ ਕਰਦੇ ਸਾਨੂੰ ਕਰਨਾ ਚਾਹੀਦਾ ਹੈ। ਸਿੱਖ ਕੋਈ ਇੱਕ ਖਿੱਤੇ ਤੇ ਬੈਠ ਕੇ ਕੁਰਸੀ ਤੇ ਬੈਠਣ ਲਈ ਨਹੀਂ ਬਣਿਆ। ਸਿੱਖੀ ਨੂੰ ਤੇ ਇੱਕੋ ਇੱਕ ਮਾਰਗ ਦਿੱਤਾ ਹੈ, ਜੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਮ ਲੁੜਾਈ ਹੈ। ਇਹ ਧਰਤੀ ਨੂੰ ਧਰਮਸਾਲ ਪਰਮਾਤਮਾ ਨੇ ਬਣਾਇਆ ਹੈ, ਪਰ ਮਨੁੱਖ ਨੇ ਧਰਮਸਾਲ ਰਹਿ ਨਹੀਂ ਦਿੱਤਾ, ਇਹ ਪਾਪਸ਼ਾਲਾ ਬਣ ਗਈ। ਬਾਬਾ ਨਾਨਕ ਜੀ ਨੇ ਇਹਨੂੰ ਮੁੜ ਧਰਮਸਾਲ ਬਣਾਉਣ ਦੇ ਲਈ ਸਾਨੂੰ ਇਹ ਧਰਮਸ਼ਾਲਾਵਾਂ ਦਿੱਤੀਆਂ, ਸਤ ਸੰਗਤ ਦਿੱਤੀ, ਤਾਂ ਕਿ ਅਸੀਂ ਇੱਥੋਂ ਆ ਕੇ ਧਰਮ ਸਿੱਖ ਕੇ ਆਪਣੇ ਹਿਰਦੇ 'ਚ ਧਰਮ ਵਸਾ ਕੇ ਸਾਡੇ ਘਰ ਧਰਮਸਾਲ ਬਣ ਜਾਣ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਉਹ ਧਰਮਸਾਲ ਕਿਵੇਂ ਬਣਨਗੇ? ਇਹ ਨਾ ਕਹਿਣਾ ਪਏ ਦੇਖੋ ਜੀ ਮੈਂ ਗੁਰਦੁਆਰੇ ਖੜਾ, ਮੈਂ ਝੂਠ ਨਹੀਂ ਬੋਲਦਾ। ਕੀ ਘਰ 'ਚ ਝੂਠ ਬੋਲਣਾ ਆਪਾਂ? ਘਰ 'ਚ ਵੀ ਤੇ ਗੁਰਦੁਆਰਾ ਹੀ ਹੈ, ਘਰ 'ਚ ਵੀ ਤੇ ਗੁਰੂ ਪਰਮਾਤਮਾ ਹਾਜ਼ਰ ਨਾਜ਼ਰ, ਉੱਥੇ ਝੂਠ ਬੋਲਣਾ? ਕੀ ਦੁਕਾਨ ਤੇ ਝੂਠ ਬੋਲਣਾ? ਉਹ ਦੁਕਾਨ ਤੇ ਪਰਮਾਤਮਾ ਨਹੀਂ ਹੈ। ਇਹ ਨਾ ਕਹਿਣਾ ਪਏ ਕਿ ਮੈਂ ਗੁਰਦੁਆਰੇ ਖੜਾ ਜੀ ਦੇਖੋ ਮੈਂ ਸੱਚ ਕਹਿਣਾ, ਝੂਠ ਬੋਲਦਾ। ਇੱਕ ਬਹਾਨਾ ਹੈ ਝੂਠ ਬੋਲਣ ਦਾ। ਹਰ ਥਾਂ ਤੇ ਪ੍ਰਮਾਤਮਾ ਹੈ, ਆਪਾਂ ਝੂਠ ਕਿਤੇ ਵੀ ਨਹੀਂ ਬੋਲਣਾ, ਬੇਈਮਾਨੀ ਕਿਤੇ ਵੀ ਨਹੀਂ ਕਰਨੀ। ਇਹ ਘਰ ਘਰ ਅੰਦਰ ਧਰਮਸਾਲ। ਔਰ ਜਦੋਂ ਸਾਡੇ ਘਰਾਂ 'ਚ ਧਰਮਸਾਲ ਭਾਵ ਧਰਮ ਆ ਜਾਏਗਾ, ਸਾਡੇ ਕਾਰੋਬਾਰ 'ਚ ਧਰਮ ਆ ਜਾਏਗਾ, ਧਰਤੀ ਤੇ ਆਪੇ ਧਰਮਸਾਲ ਬਣ ਜਾਏਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਪਰਉਪਕਾਰ ਦੀ ਗੱਲ ਕੀਤੀ ਹੈ ਭਾਈ। ਜੋ ਤੁਮ ਚਿਤਵੀ ਮਮ ਚਿਤ ਸੋਏ, ਸਗਰੇ ਆਵੇ ਦਿਵਸ ਬਸੋਏ। ਜੋ ਤੁਸੀਂ ਸੋਚਿਆ ਨਾ, ਮੇਰੇ ਮਨ ਦਾ ਵੀ ਇਹ ਖਿਆਲ ਹੈ ਕਿ ਸਾਰੀ ਸੰਗਤ ਇੱਕ ਦਿਨ ਇਕੱਠੀ ਹੋਏ ਸਾਲ ਦੇ ਵਿੱਚ। ਸਭ ਸਿੱਖਨ ਕੋ ਲਿਖੋ ਬਿਠਾਵੋ, ਗੁਰ ਦਰਸ਼ਨ ਕੋ ਇਕੱਠੇ ਆਵੋ। ਭਾਈ ਬਾਰੋ ਜੀ ਥਾਂ ਥਾਂ ਤੇ ਸਿੱਖਾਂ ਨੂੰ ਚਿੱਠੀਆਂ ਹੁਕਮਨਾਮੇ ਭੇਜ ਦਿਓ ਕਿ ਵੀ ਸਾਰੇ ਇਸ ਦਿਨ ਇੱਕ ਦਿਨ ਨਿਯਤ ਕਰ ਲਿਆ। ਉਹ ਅੱਗੇ ਦੱਸ ਰਹੇ ਨੇ ਭਾਈ ਸਾਹਿਬ ਜੀ ਕਿ ਉਸ ਦਿਨ ਸਾਰੇ ਹੀ ਗੋਇੰਦਵਾਲ ਵਿੱਚ ਇਕੱਠੇ ਹੋ, ਗੁਰੂ ਕੇ ਦੀਦਾਰ ਕਰੋ ਆ ਕੇ। ਤਬ ਬਾਰੋ ਨੇ ਲਿਖ ਬਰਵਾਨੇ, ਬੜੇ ਪੁਰਨ ਜੈ ਜੈ ਸਿੱਖ ਜਾਣੇ। ਭਾਈ ਪਾਰੋ ਜੀ ਨੇ ਚਿੱਠੀਆਂ ਲਿਖ ਕੇ ਗੁਰਸਿੱਖਾਂ ਦੇ ਰਾਹੀਂ ਜਿੱਥੇ ਜਿੱਥੇ ਦੂਰ ਦਰਾਡੇ ਭਾਵੇਂ ਟਾਪੂਆਂ 'ਚ ਵੀ ਸਿੱਖ ਸੰਗਤ ਸੀ, ਚਿੱਠੀਆਂ ਭੇਜ ਦਿੱਤੀਆਂ। ਸੁਨਤ ਹੁਕਮਨਾਮਾ ਗੁਰ ਕੇਰਾ, ਸਿੱਖਨ ਕੇ ਚਿਤ ਚਾਓ ਕਨੇਰਾ। ਹੁਣ ਸਤਿਗੁਰੂ ਦੀ ਚਿੱਠੀ ਜਾਏ ਸਿੱਖਾਂ ਨੂੰ ਬੁਲਾਉਣ ਲਈ, ਤੇ ਕਿੰਨਾ ਚਾਅ ਜਾਗਦਾ ਹੈ ਸਿੱਖਾਂ ਨੂੰ ਕਿ ਸਤਿਗੁਰੂ ਜੀ ਨੇ ਬੁਲਾਇਆ ਹੈ। ਸੰਗਤਾਂ ਦੇ ਮਨ 'ਚ ਤੇ ਉਤਸ਼ਾਹੀ ਦੂਣਾ ਹੋ ਗਿਆ ਕਿ ਗੋਇੰਦਵਾਲ ਦੀ ਧਰਤੀ ਤੇ ਸਤਿਗੁਰੂ ਜੀ ਨੇ ਸਾਨੂੰ ਬੁਲਾਇਆ ਹੈ, ਆਪਾਂ ਸਾਰੇ ਪਰਿਵਾਰਾਂ ਸਮੇਤ ਜਾਵਾਂਗੇ ਇਕੱਠੇ ਹੋ ਕੇ। ਰਹੇ ਉਡੀਕਤ ਪੁਨ ਸਭ ਕੋਏ, ਪਹੁੰਚੇ ਗੁਰ ਡਿਗ ਦਿਵਸ ਬਸੋਏ। ਬਸੋਏ, ਬਸੋਏ ਦਾ ਅਰਥ ਹੈ ਵਿਸਾਖੀ ਦਾ ਦਿਹਾੜਾ। ਇਹ ਵਿਸਾਖੀ ਦਾ ਦਿਹਾੜਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੇਲੇ ਤੋਂ ਗੁਰੂ ਘਰ 'ਚ ਜੋੜ ਮੇਲਾ ਕਰਨ ਦੀ ਜਿਹੜੀ ਸੀ ਇਹ ਮਰਜ਼ਾਦਾ ਪਰੰਪਰਾ ਸ਼ੁਰੂ ਹੋਈ। ਵਿਸੋਏ ਦੇ ਮੇਲੇ ਤੇ, ਇਹਨੂੰ ਵਿਸੋਆ ਕਹਿੰਦੇ ਨੇ। ਕਦੀ ਪਹਾੜ ਦੇ ਇਲਾਕੇ 'ਚ ਜਾਓ ਨਾ ਤੁਸੀਂ, ਇੱਧਰ ਪੌਂਟਾ ਸਾਹਿਬ ਤੋਂ ਉੱਪਰ ਜੌਨਸਰ ਦਾ ਇਲਾਕਾ ਹੈ, ਅਜੇ ਵੀ ਉਹਨੂੰ ਵਿਸੋਏ ਕਹਿੰਦੇ ਨੇ। ਔਰ ਹੋਵੇ ਕੀਰਤਨ ਸਦਾ ਵਿਸੋਆ। ਭਾਈ ਗੁਰਦਾਸ ਜੀ ਦਾ ਬਚਨ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ
ਵਿਸੋਭਾ। ਸਿੱਖ ਦੇ ਦੇਖੋ ਵੈਸਾਖੀ ਜਿਹੜਾ ਹੈ ਇਹ ਵਿਸਾਖ ਦੇ ਮਹੀਨੇ ਦਾ ਪਹਿਲਾ ਦਿਨ, ਔਰ ਇੱਥੋਂ ਇੱਕ ਕੈਲੰਡਰ ਵੀ ਸ਼ੁਰੂ ਹੁੰਦਾ ਹੈ, ਔਰ ਜਿਹੜੇ ਖਾਸ ਕਰਕੇ ਕਾਰੋਬਾਰ ਵਾਲੇ ਨੇ ਉਹਨਾਂ ਦਾ, ਤੇ ਉਹਨਾਂ ਦੇ ਮਨ 'ਚ ਬੜਾ ਚਾਅ ਹੁੰਦਾ ਹੈ। ਉਵੇਂ ਵੀ ਦੇਖਦੇ ਹਾਂ ਜ਼ਿਮੀਂਦਾਰ, ਹੁਣ ਤੇ ਪਿੰਡਾਂ ਦੀਆਂ ਉਹ ਪਰੰਪਰਾਵਾਂ ਹੀ ਸਾਡੀਆਂ ਖਤਮ ਹੋ ਗਈਆਂ। ਅਸੀਂ ਐਵੇਂ ਰੌਲਾ ਪਾਈ ਜਾਂਦੇ ਜੀ ਫਲਾਣਾ ਸਾਡਾ ਨੁਕਸਾਨ ਕਰ ਰਿਹਾ, ਆਪਣਾ ਨੁਕਸਾਨ ਤੇ ਅਸੀਂ ਆਪ ਕਰ ਰਹੇ ਹਾਂ, ਆਪਣੇ ਕਲਚਰ ਨੂੰ ਛੱਡੀ ਚਲੇ ਜਾਂਦੇ ਹਾਂ। ਬਾਹਰਲਾ ਕਲਚਰ ਲਈ ਸਾਨੂੰ ਬੜਾ ਵਧੀਆ ਲੱਗਦਾ ਹੈ, ਸਾਨੂੰ ਆਪਣੀ ਬੋਲੀ ਵਧੀਆ ਨਹੀਂ ਲੱਗਦੀ। ਦੇਖੋ ਨਾ, ਆਪਣੀ ਬੋਲੀ ਨਹੀਂ ਵਧੀਆ ਲੱਗਦੀ। ਜਿਸ ਬੋਲੀ ਨੂੰ ਅਸੀਂ ਜੰਮਦੇ ਹੀ ਸੁਣਿਆ, ਅਸੀਂ ਘਰਾਂ 'ਚ ਆਪਣੀ ਬੋਲੀ ਬੋਲਣ 'ਚ ਵੀ ਸ਼ਰਮ ਮਹਿਸੂਸ ਕਰਨ ਲੱਗ ਪਏ। ਕਿਸੇ ਕੌਮ, ਕਿਸੇ ਮੁਲਕ ਦੀ ਗੁਲਾਮੀ ਦੀ ਨਹੀਂ ਇੱਥੋਂ ਸ਼ੁਰੂ ਹੁੰਦੀ ਹੈ ਜਦੋਂ ਆਪਣੀ ਬੋਲੀ ਛੱਡ ਜਾਣ, ਜਦੋਂ ਆਪਣੀ ਬੋਲੀ ਭੁਲਾ ਦੇਣ। ਹੁਣ ਆਪਾਂ ਦੇਖਦੇ ਹਾਂ ਘਰਾਂ 'ਚ ਬੱਚਿਆਂ ਨੂੰ ਹਿੰਦੀ ਬਦੋ ਬਦੀ ਬੋਲਣ ਲਈ ਮਜਬੂਤ ਕਰਦੇ ਹਾਂ। ਆਪਾਂ ਬਾਹਰੋਂ ਆਉਂਦੇ ਨੇ ਬਿਹਾਰੀ, ਬੜੀ ਖੁਸ਼ੀ ਹੁੰਦੀ ਹੈ। ਇੱਕ ਦਿਨ ਮੈਂ ਇੱਕ ਨਰਸਰੀ 'ਚ ਕੋਈ ਬੂਟੇ ਲੈਣ ਗਿਆ, ਇੱਕ ਬੱਚੀ ਸੀ ਕੋਈ 12-13 ਸਾਲ ਦੀ ਹੋਣੀ, ਉਹ ਬੜੀ ਸੋਹਣੀ ਪੰਜਾਬੀ ਬੋਲੀ, ਬਿਹਾਰੀ ਪਰਿਵਾਰ ਦੀ ਸੀ। ਮੈਂ ਪੁੱਛਿਆ, ਬੇਟਾ ਤੂੰ ਪੰਜਾਬੀ ਬੜੀ ਸੋਹਣੀ ਬੋਲਦੀ। ਕਹਿੰਦੀ ਅੰਕਲ ਪੰਜਾਬ 'ਚ ਜੰਮੇ, ਪੰਜਾਬ 'ਚ ਬੜੇ ਪੰਜਾਬੀ ਬੋਲਣੀ ਹੈ, ਤੇ ਸਾਡੇ ਬੱਚੇ ਹਿੰਦੀ ਅੰਗਰੇਜ਼ੀ ਬੋਲ ਕੇ ਬੜਾ ਮਾਣ ਮਹਿਸੂਸ ਕਰਦੇ ਨੇ। ਹੈਰਾਨ ਹੋਵੋਗੇ ਤੁਸੀਂ, ਮੇਰੇ ਜਾਣਨ ਵਾਲੇ ਨੇ ਇੱਕ ਦੋ ਪਰਿਵਾਰ, ਉਹਨਾਂ ਦੀਆਂ ਬੱਚੀਆਂ ਪੰਜਾਬੀ 'ਚ ਅਵਲ ਆਈਆਂ ਪੰਜਾਬ 'ਚੋਂ, ਪੰਜਾਬੀ ਦੇ ਪੇਪਰਾਂ 'ਚੋਂ ਸਭ ਤੋਂ ਜ਼ਿਆਦਾ ਨੰਬਰ ਉਹਨਾਂ ਦੇ ਆਉਂਦੇ। ਸਾਡਿਆਂ ਨੂੰ ਤੇ ਪੰਜਾਬੀ ਆਉਂਦੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਫਿਰ ਕੀ ਕਰ ਲਾਂਗੇ? ਜਿਹੜੇ ਲੋਕ ਆਪਣੀ ਬੋਲੀ ਭੁੱਲ ਜਾਂਦੇ ਨੇ, ਉਹ ਕੋਈ ਆਸ ਨਾ ਰੱਖਣ ਕਿ ਕੱਲ ਨੂੰ ਅਸੀਂ ਆਜ਼ਾਦ ਰਵਾਂਗੇ। ਔਰ ਸਭ ਤੋਂ ਪਹਿਲਾਂ ਲੋਕਾਂ ਨੂੰ, ਜਿਨ੍ਹਾਂ ਨੂੰ ਗੁਲਾਮ ਬਣਾਉਣਾ, ਉਹਨਾਂ ਨੂੰ ਬੋਲੀ ਨਾਲੋਂ ਤੋੜਿਆ ਜਾਂਦਾ ਹੈ, ਬੋਲੀ ਨਾਲ। ਇੱਕ ਦਿਨ ਇੱਕ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਮੈਂ, ਜਰਮਨ ਦੇ, ਫਰਾਂਸ ਦੇ ਵਿੱਚ ਸਾਡੇ ਇੱਕ ਡਾਕਟਰ ਸਾਹਿਬ, ਪ੍ਰੋਫੈਸਰ ਸਾਹਿਬ ਜਾਂਦੇ ਸਨ, ਇੱਕ ਘਰ 'ਚ ਠਹਿਰਦੇ ਸਨ। ਉੱਥੇ ਅਕਸਰ ਉਹਨਾਂ ਠਹਿਰਨਾ, ਕਈ ਦਿਨ ਮਹੀਨੇ ਠਹਿਰਨਾ। ਉਸ ਪਰਿਵਾਰ ਨਾਲ ਪਿਆਰ ਸੀ, ਹਰ ਸਾਲ ਜਾਂਦੇ ਸਨ। ਇੱਕ ਦਿਨ ਉਹਨਾਂ ਦੀ ਚਿੱਠੀ ਇੰਡੀਆ ਤੋਂ ਗਈ, ਤੇ ਉਹਨਾਂ ਦੀ ਇੱਕ ਬੱਚੀ ਜਿਹੜੀ ਸੀ ਨਾ, ਉਹਨੇ ਜਿੱਦ ਕੀਤੀ, ਅੰਕਲ ਤੁਸੀਂ ਦਿਖਾਓ ਤੁਹਾਡੀ ਚਿੱਠੀ ਘਰੋਂ ਆਈ ਹੈ, ਤੁਹਾਡੀ ਇਹ ਬੋਲੀ ਕਿਹੋ ਜਿਹੀ, ਮੈਂ ਵੀ ਦੇਖਣਾ ਚਾਹੁੰਦੀ ਹਾਂ। ਉਹਨੇ ਜਿੱਦ ਕਰਕੇ ਚਿੱਠੀ ਲਿਖੀ, ਦਿਖਾਈ, ਤੇ ਦੇਖਿਓ ਅੰਗਰੇਜ਼ੀ 'ਚ ਲਿਖੀ ਸੀ। ਉਹ ਬੱਚੀ ਨੇ ਚਿੱਠੀ ਸੁੱਟ ਦਿੱਤੀ, ਨਾਲੇ ਚਿੱਠੀ ਸੁੱਟ ਦਿੱਤੀ, ਤੇ ਨਾਲੇ ਉਸ ਪਰਿਵਾਰ ਨੇ ਕਹਿੰਦਾ, ਡਾਕਟਰ ਸਾਹਿਬ ਜਿੰਨਾ ਚਿਰ ਆ ਗਏ ਤੁਸੀਂ ਠੀਕ ਹੈ, ਲੇਕਿਨ ਆਉਣ ਵਾਲੇ ਸਮੇਂ 'ਚ ਸਾਡੇ ਘਰ 'ਚ ਨਾ ਆਉਣਾ, ਤੁਸੀਂ ਹੋਰ ਕਿੱਥੇ ਪ੍ਰਬੰਧ ਕਰ ਲਿਓ, ਸਾਡੇ ਘਰ 'ਚ ਨਾ ਆਉਣਾ। ਜਿਨ੍ਹਾਂ ਦਾ ਆਪਣੀ ਬੋਲੀ ਨਾਲ ਹੀ ਪਿਆਰ ਨਹੀਂ ਹੈ, ਉਹ ਦੂਜਿਆਂ ਨਾਲ ਪਿਆਰ ਕੀ ਕਰਨਗੇ? ਉਹਨੇ ਇੱਕ ਘਟਨਾ ਦੱਸੀ, ਕਹਿੰਦੇ ਅਸੀਂ ਕਦੀ ਗੁਲਾਮ ਸਾਂ, ਜਰਮਨ ਦੇ ਗੁਲਾਮ ਸਾਂ ਅਸੀਂ। ਤੇ ਹੋਇਆ ਕਿ ਇੱਕ ਵਾਰੀ ਉੱਥੋਂ ਦੀ ਮਹਾਰਾਣੀ ਆਈ, ਤੇ ਉਹ ਬੱਚੀ ਕਹਿੰਦੀ ਮੇਰੀ ਜਿਹੜੀ ਨਾਨੀ ਸੀ ਨਾ, ਉਹਨੇ ਕੋਈ ਕਵਿਤਾ ਪੜ੍ਹੀ ਬੜੀ ਭਾਵਪੂਰ, ਤੇ ਉਹ ਮਹਾਰਾਣੀ ਖੁਸ਼ ਹੋ ਗਈ। ਤੇ ਰਾਣੀ ਨੇ ਆ ਕੇ ਕਿਹਾ, ਬੇਟਾ ਮੰਗ ਲੈ ਕੀ ਚਾਹੀਦਾ? ਤੇ ਉਹ ਬੱਚੀ ਕਹਿਣ ਲੱਗੀ, ਜੋ ਮੰਗਾਂਗੀ ਦੇਵੇਂਗੀ, ਤੂੰ ਦੇਣਾ ਨਹੀਂ? ਕਹਿੰਦੀ ਮੈਂ ਦੇਵਾਂਗੀ, ਮੈਂ ਰਾਣੀ ਹੈ ਇਸ ਦੇਸ਼ ਦੀ। ਕਹਿਣ ਲੱਗੀ ਦੇਣੇ ਹੈ, ਤੇ ਇਹ ਜਿਹੜਾ ਇਲਾਕਾ ਹੈ ਇੱਥੇ ਸਾਡੀ ਬੋਲੀ ਲਾਗੂ ਕਰ ਦੇ, ਇਹ ਕੰਪਲਸਰੀ ਕਰ ਦੇ ਕਿ ਸਾਡੀ ਬੋਲੀ ਇੱਥੇ ਪੜ੍ਹਾਈ ਜਾਏਗੀ। ਰਾਣੀ ਬੜੀ ਹੈਰਾਨ ਹੋ ਗਈ, ਪਰੇਸ਼ਾਨ ਹੋ ਗਈ। ਕਹਿਣ ਲੱਗੀ ਮੈਂ ਹੁਣ ਕਹਿ ਬੈਠੀ ਹਾਂ, ਪਰ ਹੁਣ ਮੈਨੂੰ ਪਤਾ ਕਿ ਤੁਹਾਡੇ ਮੁਲਕ ਦੀ ਆਜ਼ਾਦੀ ਦੀ ਗੱਲ ਸ਼ੁਰੂ ਹੋ ਗਈ ਹੈ। ਇਹ ਇੱਕ ਇਤਿਹਾਸਕ ਘਟਨਾ ਹੈ। ਹੁਣ ਅਸੀਂ ਦੇਖੀਏ ਕਿ ਅਸੀਂ ਕਿੱਥੇ ਖੜੇ ਹਾਂ। ਸਾਡੇ ਤੇ ਸਕੂਲਾਂ ਦੇ ਬਾਹਰ ਲਿਖੇ ਹੁੰਦੇ ਗੁਰੂ ਨਾਨਕ ਪਬਲਿਕ ਸਕੂਲ, ਕਿ ਉੱਥੇ ਬੱਚਿਆਂ ਨੂੰ ਕਹਿੰਦਾ ਅੰਗਰੇਜ਼ੀ 'ਚ ਗੱਲ ਕਰੋ, ਤੁਸੀਂ ਪੰਜਾਬੀ ਬੋਲਣੀ ਨਹੀਂ ਹੈ। ਬੋਲਣ ਵਾਲਿਆਂ ਨੂੰ ਤੇ ਬਾਹਰ ਹੀ ਕੱਢ ਦਿੱਤਾ ਜਾਂਦਾ ਹੈ। ਪੰਜਾਬੀ ਕਿੱਥੇ ਆਪਾਂ ਸਿੱਖਾਂਗੇ? ਸਾਡੇ ਨਾਲੋਂ ਜਿਹੜੇ ਸਾਡੇ ਲੋਕ ਬਾਹਰ ਬੈਠੇ ਨੇ ਬੜੇ ਜਾਗਰੂਕ ਨੇ ਆਪਣੀ ਬੋਲੀ ਦੇ ਪ੍ਰਤੀ। ਹਰ ਗੁਰਦੁਆਰੇ 'ਚ ਕਲਾਸਾਂ ਲੱਗਦੀਆਂ ਨੇ, ਔਰ ਇਹ ਹੈਰਾਨੀ ਦੀ ਗੱਲ ਹੈ, ਇੱਥੇ ਤੁਸੀਂ ਫਿਰੋਗੇ ਨਾ, ਸਾਡੇ ਦੁਕਾਨਾਂ ਤੇ ਸਾਈਨ ਬੋਰਡ ਹਿੰਦੀ 'ਚ ਅੰਗਰੇਜ਼ੀ 'ਚ ਮਿਲਣਗੇ। ਤੁਸੀਂ ਕਦੀ ਨਿਊਯਾਰਕ ਚਲ ਜਾਓ, ਉੱਥੇ ਪੰਜਾਬੀ 'ਚ ਵੀ ਮਿਲਣਗੇ। ਵੈਨਕੂਵਰ 'ਚ ਗਲੀਆਂ ਦੇ ਨਾਂ ਪੰਜਾਬੀ 'ਚ ਮਿਲਣਗੇ। ਤੁਸੀਂ ਨਿਊਯਾਰਕ ਚਲ ਜਾਓ, ਪੰਜਾਬੀ 'ਚ ਮਿਲਣਗੇ। ਈਵਨ ਆਸਟ੍ਰੇਲੀਆ ਵੀ ਇੱਕ ਦੋ ਜਗ੍ਹਾ ਤੁਹਾਨੂੰ ਮਿਲ ਜਾਣਗੇ। ਉਹਨਾਂ ਲੋਕਾਂ ਦਾ ਆਪਣੀ ਬੋਲੀ ਨਾਲ ਪਿਆਰ ਹੈ, ਆਪਣੇ ਬੱਚਿਆਂ ਨੂੰ ਬੋਲੀ ਸਿਖਾਉਂਦੇ ਨੇ। ਗੁਰਦੁਆਰਿਆਂ 'ਚ ਲਿਆ ਕੇ ਵੀਕਐਂਡ ਤੇ ਕਲਾਸਾਂ ਲੱਗਦੇ ਨੇ, ਉੱਚੇ ਆਉਂਦੇ ਨੇ। ਅਸੀਂ ਵੀ ਜਾਗਰੂਕ ਹੋਈਏ। ਪੰਜਾਬ ਪੰਜਾਬੀ ਕਰਕੇ ਹੀ ਹੈ। ਜੇ ਪੰਜਾਬੀ ਅਸੀਂ ਛੱਡ ਬੈਠੇ, ਗੁਰਸਿੱਖ ਨੂੰ ਸਾਰੀਆਂ ਬੋਲੀਆਂ ਆਉਣੀਆਂ ਚਾਹੀਦੀਆਂ। ਸੰਸਕ੍ਰਿਤ ਆਉਣੀ ਚਾਹੀਦੀ, ਹਿੰਦੀ ਆਉਣੀ ਚਾਹੀਦੀ, ਅੰਗਰੇਜ਼ੀ ਆਉਣੀ ਚਾਹੀਦੀ, ਫ੍ਰੈਂਚ ਆਉਣੀ ਚਾਹੀਦੀ ਹੈ, ਸਪੈਨਿਸ਼ ਆਉਣੀ ਚਾਹੀਦੀ ਹੈ। ਮੈਂ ਇਹੋ ਜਿਹੇ ਬੰਦਿਆਂ ਨੂੰ ਜਾਣਦਾ। ਇੱਕ ਬੋਪਾਰਾਏ ਦਾ ਰਹਿਣ ਵਾਲਾ ਬ੍ਰਾਹਮਣ ਵੀਰ ਗੁਰਸਿੱਖ ਹੈ, ਔਰ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਜਿੱਥੋਂ ਸ਼ਬਦ ਪੁੱਛੋਗੇ ਤੁਹਾਨੂੰ ਜ਼ੁਬਾਨੀ ਸੁਣਾ ਦੇਵੇਗਾ। ਬ੍ਰਾਹਮਣ ਹੈ, ਬੜਾ ਤਗੜਾ ਇੰਜੀਨੀਅਰ ਹੈ। 17 ਬੋਲੀਆਂ ਉਹਨੂੰ ਆਉਂਦੀਆਂ ਨੇ, 17 ਬੋਲੀਆਂ। ਕਹਿੰਦਾ ਭਾਈ ਸਾਹਿਬ ਜਿਸ ਇਲਾਕੇ 'ਚ ਮੈਂ ਚੱਲ ਜਾਣਾ, ਸਪੈਨਿਸ਼ ਤੇ ਸਪੈਨਿਸ਼ ਦੀ ਮੈਂ ਫਟੇ ਚੱਕ ਦਿੰਦਾ, ਇਟਾਲੀਅਨ ਜਾ ਕੇ ਇਟਾਲੀ ਬੋਲੀ ਜਾਣਾ, ਹਰ ਬੋਲੀ ਉਹਨੂੰ ਆਉਂਦੀ ਹੈ। ਇਹੋ ਜਿਹੇ ਇੰਟੈਲੀਜੈਂਟ ਬੈਠੇ ਨੇ ਲੋਕ। ਬੋਲੀਆਂ ਸਾਰੀਆਂ ਸਿੱਖੋ, ਲੇਕਿਨ ਆਪਣੀ ਬੋਲੀ ਨਾ ਭੁੱਲ ਜਾਓ ਕਿਤੇ ਤੁਸੀਂ। ਆਪਣੀ ਬੋਲੀ ਦੇ ਵਿੱਚ ਕਿੰਨੀਆਂ ਗੱਲਾਂ ਅਸੀਂ ਭੁੱਲ ਗਏ। ਸਾਡੀ ਬੋਲੀ ਅਮੀਰ ਬੜੀ ਹੈ।
ਜਿੰਨੀ ਪੰਜਾਬੀ ਦੀ ਅਮੀਰ ਸ਼ਬਦਾਵਲੀ ਹੈ, ਅੰਗਰੇਜ਼ੀ ਕੋਲ ਉਨੀ ਅਮੀਰ ਸ਼ਬਦਾਵਲੀ ਨਹੀਂ ਹੈ। ਇਸ ਕਰਕੇ ਅਸੀਂ ਆਪਣੀ ਬੋਲੀ ਜਿਹੜੀ ਹੈ ਇਹਨੂੰ ਪਿਆਰ ਕਰੀਏ। ਜਿਹਦਾ ਆਪਣੀ ਬੋਲੀ ਨਾਲ ਪਿਆਰ ਨਹੀਂ ਹੈ ਉਹ ਮੁਲਕ ਨਾਲ ਪਿਆਰ ਕਿੱਥੇ ਕਰੇਗਾ। ਗੌਰਮੈਂਟਾਂ ਨੂੰ ਵੀ ਇਹ ਵਿਧਾਨ ਬਣਾਉਣਾ ਚਾਹੀਦਾ, ਕਿਉਂਕਿ ਸਾਡੇ ਇਸ ਵੇਲੇ ਜਿਹੜੇ ਸ਼ਾਸਕ ਨੇ ਉਹ ਬਹੁਤ ਸਿਆਣੇ ਨਹੀਂ ਹੈ, ਮਾਫ ਕਰਨਾ। ਇੱਕ ਘਟਨਾ ਮੈਨੂੰ ਯਾਦ ਹੈ, ਮੇਰੇ ਮਿੱਤਰ ਸਨ ਬ੍ਰਿਗੇਡੀਅਰ ਸਾਹਿਬ ਟੇਕ ਰਘੁਨਾਥ ਸਿੰਘ ਜੀ, ਰਿਟਾਇਰਡ ਸਨ, ਪੌਂਡਾ ਸਾਹਿਬ ਰਹਿੰਦੇ ਆ। ਇੱਕ ਵਾਰੀ ਸਿੱਖ ਰੈਜੀਮੈਂਟ ਦੀ ਸਾਲਾਨਾ ਕਾਨਫਰੰਸ ਹੁੰਦੀ ਹੈ, ਐਨੂਅਲ ਡੇ ਜਿਹੜਾ ਹੁੰਦਾ ਹੈ, ਜਦੋਂ ਉਹਦੀ ਸਥਾਪਨਾ ਹੋਈ ਤੇ ਜਿੰਨੇ ਪੁਰਾਣੇ ਅਫਸਰ ਹੁੰਦੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ। ਕੋਈ ਮੇਰਾ ਵੀ ਮਿਲਟਰੀ ਦੇ ਨਾਲ ਥੋੜਾ ਜਿਹਾ ਵਾਹ ਰਿਹਾ, ਮੇਰਾ ਕੰਮ ਸੀ, ਕਹਿੰਦੇ ਮੈਂ ਜਾਣਾ, ਮੈਨੂੰ ਬੁਲਾਇਆ, ਕਿਉਂਕਿ ਉਸ ਮੇਜਰ ਜਨਰਲ ਸਰਦਾਰ ਹਰਬਖਸ਼ ਸਿੰਘ ਦੇ ਬੇਟੇ ਸਨ ਜਾਂ ਜਵਾਈ, ਤੇ ਮੇਜਰ ਜਨਰਲ ਸਰਦਾਰ ਲਾਲ ਸਿੰਘ ਜੀ ਦੇ, ਇਹਨਾਂ ਦੋਵਾਂ ਚੋਂ ਇੱਕ ਦੇ ਜਵਾਈ ਤੇ ਇੱਕ ਦੇ ਉਹ ਬੇਟੇ ਸਨ। ਉਹ ਕਹਿਣ ਲੱਗੇ ਕਿ ਮੈਂ ਜਾਣਾ ਹੈ, ਮੈਨੂੰ ਬੁਲਾਇਆ, ਮੈਂ ਇਹ ਕੰਮ ਕਰਾਂਗਾ। ਚਲੋ ਕੰਮ ਤਾਂ ਨਹੀਂ, ਪਰ ਜਿਹੜੀ ਉਹਨਾਂ ਘਟਨਾ ਸੁਣਾਈ ਉਹ ਬੜੀ ਹਿਲਾ ਦੇਣ ਵਾਲੀ ਸੀ। ਕਹਿਣ ਲੱਗੇ ਭਾਈ ਸਾਹਿਬ ਉੱਥੇ ਬਹੁਤ ਪੁਰਾਣੇ ਅਫਸਰ ਹੁੰਦੇ ਨੇ ਜਿਹੜੇ ਗੋਰੇ ਕਮਾਂਡ ਕਰਕੇ ਸਿੱਖ ਰੈਜੀਮੈਂਟ ਦੀ, ਉਹ ਵੀ ਬੁਲਾਏ ਜਾਂਦੇ ਨੇ ਇੰਗਲੈਂਡ ਤੋਂ ਜਾਂ ਕੈਨੇਡਾ ਤੋਂ ਜਾਂ ਜਿਹੜੇ। ਕਹਿੰਦੇ ਹਿੰਦੁਸਤਾਨ ਦਾ ਡਿਫੈਂਸ ਮਿਨਿਸਟਰ ਬੋਲਿਆ, ਉਹ ਬੋਲਿਆ ਉਸ ਵੇਲੇ ਹਿੰਦੀ ਦੇ ਵਿੱਚ, ਡਿਫੈਂਸ ਮਿਨਿਸਟਰ ਹਿੰਦੀ 'ਚ ਬੋਲਿਆ। ਫਿਰ ਚੀਫ ਆਫ ਦਾ ਆਰਮੀ ਸਟਾਫ ਬੋਲਿਆ, ਉਹ ਅੰਗਰੇਜ਼ੀ 'ਚ ਬੋਲਿਆ। ਫਿਰ ਕਹਿੰਦੇ ਇੱਕ ਗੋਰਾ ਅਫਸਰ ਆਇਆ ਸੀ, ਰਿਟਾਇਰਡ, ਕਿਤੇ ਕਮਾਂਡ ਕਰਦਾ ਰਿਹਾ, 1 ਘੰਟਾ ਪੰਜਾਬੀ 'ਚ ਬੋਲਿਆ, 1 ਘੰਟਾ ਪੰਜਾਬੀ 'ਚ ਬੋਲਿਆ, ਇੱਕ ਗੋਰਾ ਇੰਗਲੈਂਡ ਤੋਂ ਆ ਕੇ। ਤੇ ਉਹਨੇ ਸਟਾਰਟਿੰਗ 'ਚ ਇੱਕ ਗੱਲ ਕੀ, ਇਹ ਸਿੱਖ ਰੈਜੀਮੈਂਟ ਦਾ ਸਮਾਗਮ ਹੈ, ਜੇ ਤੁਸੀਂ ਇੱਥੇ ਪੰਜਾਬੀ ਨਹੀਂ ਬੋਲੋਗੇ ਜਾਂ ਸਿੱਖ ਨੂੰ ਪੰਜਾਬੀ ਨਾਲੋਂ ਤੋੜ ਦਿਓਗੇ ਤੇ ਫਿਰ ਤੁਸੀਂ ਮਤਾਂ ਸੋਚੋ ਕਿ ਬਹਾਦਰ ਰਹਿਣਗੇ। ਸਿੱਖ ਬਹਾਦਰ ਹੈ ਤੇ ਆਪਣੀ ਬੋਲੀ ਨਾਲ, ਆਪਣੀ ਗੁਰਬਾਣੀ ਨਾਲ ਪਿਆਰ ਕਰਕੇ ਹੈ। 1 ਘੰਟਾ ਬੋਲਿਆ ਪੰਜਾਬੀ ਦੇ ਵਿੱਚ। ਅੱਜ ਵੀ ਕਈ ਵਾਰੀ ਇੰਗਲੈਂਡ, ਅਮਰੀਕਾ, ਕੈਨੇਡਾ ਜਾਈਦਾ ਹੈ ਨਾ, ਉਹ ਪੁਰਾਣੇ ਜਿਹੜੇ ਬਜ਼ੁਰਗ ਮਿਲਦੇ ਬੜੀ ਸੋਹਣੀ ਪੰਜਾਬੀ ਬੋਲਦੇ ਨੇ, ਜਿਹੜੇ ਇੱਥੇ ਰਹਿ ਕੇ ਗਏ ਨੇ। ਆਪਾਂ ਆਪਣੀ ਬੋਲੀ ਨਾਲ ਪਿਆਰ ਕਰੀਏ। ਕੋਈ ਬੋਲੀ ਮਾੜੀ ਨਹੀਂ ਹੈ, ਨਫ਼ਰਤ ਤੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਿਖਾਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ 'ਚ ਬੇਅੰਤ ਬੋਲੀਆਂ ਨੇ, ਅਰਬੀ ਹੈ, ਫਾਰਸੀ ਹੈ, ਸੰਸਕ੍ਰਿਤ ਹੈ, ਪੋਠੋਹਾਰੀ ਹੈ, ਇੱਥੇ ਮਰਾਠੀ ਹੈ, ਪਤਾ ਨਹੀਂ ਕਿੰਨੀਆਂ ਬੋਲੀਆਂ ਨੇ, ਬੰਗਾਲੀ ਹੈ। ਸਾਰੀਆਂ ਬੋਲੀਆਂ ਸਾਨੂੰ ਆਉਣੀਆਂ ਚਾਹੀਦੀਆਂ ਨੇ, ਪਰ ਆਪਣੀ ਬੋਲੀ ਨਾ ਭੁੱਲੀਏ। ਆਪਾਂ ਆਪਣੀ ਬੋਲੀ ਨੂੰ ਪਿਆਰ ਕਰੀਏ। ਸਾਡੇ ਸਤਿਗੁਰਾਂ ਨੇ ਬੜੀ ਮਿਹਨਤ ਕਰਕੇ, ਪੰਜਾਬੀ ਪਹਿਲਾਂ ਵੀ ਬੋਲੀ ਜਾਂਦੀ ਸੀ। ਬਾਬਾ ਫਰੀਦ ਸਾਹਿਬ ਜੀ ਗੁਰੂ ਸਾਹਿਬ ਤੋਂ ਪਹਿਲਾਂ ਹੋਏ ਨੇ ਪੰਜਾਬੀ 'ਚ, ਉਦੋਂ ਪਹਿਲਾਂ ਬਹੁਤ ਪੰਜਾਬੀ ਬੋਲੀ ਇੱਕ ਦਿਨ 'ਚ ਨਹੀਂ ਬਣਦੀ ਹੁੰਦੀ, ਜਿਹੜਾ ਆਪਾਂ ਕਹਿੰਦੇ ਇੱਕ ਦਿਨ 'ਚ ਬੋਲੀ ਬਣਦੀ ਹੈ। ਬੋਲੀ ਨੂੰ ਲੱਖਾਂ ਸਾਲ ਬਣ ਜਾਂਦੇ ਨੇ, ਡਿਵੈਲਪ ਹੁੰਦੇ ਆ। ਲੇਕਿਨ ਗੁਰੂ ਸਾਹਿਬਾਨ ਨੇ ਕਿਉਂਕਿ ਇਸ ਬੋਲੀ ਨੂੰ ਦਬਿਆ ਹੋਇਆ ਸੀ, ਇਸ ਬੋਲੀ ਨੂੰ, ਜਿਵੇਂ ਹੁਣ ਨਹੀਂ ਸਾਡੇ ਹਾਲਾਤ, ਇਦਾਂ ਦੇ ਹਾਲਾਤ ਸਨ। ਬੋਲੀ ਬੋਲਣ 'ਚ ਮਾਣ ਮਹਿਸੂਸ ਨਹੀਂ ਸਨ ਕਰਦੇ। ਤੇ ਇੱਥੋਂ ਦੇ ਧਾਰਮਿਕ ਲੋਕਾਂ ਨੇ ਕਿਹਾ ਸੀ ਸੰਸਕ੍ਰਿਤ ਦੇਵ ਭਾਸ਼ਾ ਹੈ, ਤੇ ਜਿਹੜੀ ਕੋਈ ਗਿਆਨ ਦੀ ਗੱਲ ਕਰਨੀ ਉਹ ਸੰਸਕ੍ਰਿਤ 'ਚ ਹੋਣੀ ਚਾਹੀਦੀ, ਆਮ ਬੋਲੀ 'ਚ ਨਹੀਂ ਹੋਣੀ ਚਾਹੀਦੀ। ਉਹ ਪਤਾ ਕਿਉਂ ਹੋਣੀ ਚਾਹੀਦੀ ਹੈ? ਕਿ ਗਿਆਨ ਦੀ ਗੱਲ ਆਮ ਲੋਕਾਂ ਤੱਕ ਜਾਏ ਹੀ ਨਾ। ਜਿਹਨੇ ਸਿੱਖਣਾ ਗਿਆਨ, ਪਹਿਲਾਂ ਸਾਡੀਆਂ ਪ੍ਰਕਰਮਾਂ 5-10 ਸਾਲ ਸਾਡੇ ਭਾਂਡੇ ਮਾਂਜੇ, ਸਾਡੇ ਗੋਡੇ ਕੁੱਟੇ, ਫਿਰ ਕਿਤੇ ਉਹਨੂੰ ਪੜ੍ਹਾਵਾਂਗੇ ਥੋੜ੍ਹਾ ਬਹੁਤਾ ਸਾਡੀ ਮਰਜ਼ੀ ਦਾ, ਹੋਰ ਕਿਸੇ ਨੂੰ ਦੀ ਪੱਲੇ ਨਹੀਂ ਪੈਣ ਦੇਣਾ ਇਹ ਗਿਆਨ। ਤੇ ਸਤਿਗੁਰੂ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਜਿੰਨੇ ਵੀ ਲੋਕ ਪੰਜਾਬੀ ਦੇ ਨਾਲ ਰਿਲੇਟਡ ਨੇ, ਭਾਵੇਂ ਉਹ ਕੋਈ ਵੀ ਨੇ, ਕਿ ਸਾਨੂੰ ਸਾਡੇ ਸਤਿਗੁਰੂ ਜੀ ਨੇ ਇਹ ਦੁਨੀਆ ਦਾ ਸਭ ਤੋਂ ਮਹਾਨ ਸਰਬੋਤਮ ਧਰਮ ਗ੍ਰੰਥ, ਸਭ ਤੋਂ ਮਹਾਨ ਗ੍ਰੰਥ ਹੈ। ਮੈਂ ਨਹੀਂ ਕਹਿ ਰਿਹਾ, ਇਹ ਵੱਡੇ ਵੱਡੇ ਦਾਨ ਸੰਬੰਧਾਂ ਦੇ ਵਿਚਾਰ ਪੜ੍ਹ ਕੇ ਦੇਖ ਲਓ, ਉਹ ਸਾਨੂੰ ਸਾਡੀ ਬੋਲੀ ਵਿੱਚ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਪੰਜਾਬੀ ਬੋਲੀ ਹੈ, ਸਾਨੂੰ ਸਾਡੀ ਬੋਲੀ ਵਿੱਚ ਦਿੱਤਾ ਹੈ। ਇਸ ਕਰਕੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਡੀ ਬੋਲੀ ਵਿੱਚ ਹੈ, ਅੱਜ ਤਾਂ ਮੈਂ ਹੈਰਾਨ ਹਾਂ, ਜੈਪਨਸ ਜਿਹੜੇ ਨੇ, ਚੰਡੀਗੜ੍ਹ 'ਚ ਇੱਕ ਜਾਪਾਨੀ ਪ੍ਰੋਫੈਸਰ, ਉਹ ਪੰਜਾਬੀ ਬੜੀ ਸੋਹਣੀ ਬੋਲਦਾ ਔਰ ਪੰਜਾਬੀ ਤੇ ਗੱਲ ਕਰ ਰਿਹਾ। ਇੱਕ ਲੜਕੀ ਬਿਹਾਰ ਦੀ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਦੀ ਸੀ, ਉਹਨੇ ਫਿਰ ਇੱਕ ਬੜਾ ਤਗੜਾ ਲੇਖ ਲਿਖਿਆ ਕਿ ਮੈਨੂੰ ਬੜੀ ਹੈਰਾਨੀ, ਸਿੱਖਾਂ ਨੂੰ ਆਪਣੀ ਬੋਲੀ ਨਾਲ ਹੀ ਪਿਆਰ ਨਹੀਂ ਹੈ, ਇਹ ਬੋਲੀ ਛੱਡੀ ਚਲੇ ਜਾਂਦੇ, ਉਹ ਪੰਜਾਬੀ ਬੋਲਦੀ ਹੈ। ਇੱਕ ਇੱਥੇ ਹੋਰ ਵੀਰ ਨੇ, ਉਹ ਪ੍ਰੋਫੈਸਰ ਨੇ, ਉਹ ਆਪਣੇ ਸਿਰ ਤੇ ਬੋਰਡ ਲਈ ਫਿਰਦੇ ਹੋ, ਆਪਣੀ ਬੋਲੀ ਨੂੰ ਪਿਆਰ ਕਰੋ, ਆਪਣੀ ਬੋਲੀ। ਉਹ ਸਾਡੀ ਬੋਲੀ ਦਾ ਪ੍ਰਚਾਰ ਕਰਦੇ ਹੈਗੇ ਦੂਜੇ ਲੋਕਾਂ ਦੇ, ਤੇ ਸਾਡੇ ਤੇ ਲੀਡਰ ਸੁੱਤੇ ਪਏ ਨੇ, ਕਿਉਂਕਿ ਉਹਨਾਂ ਨੂੰ ਤਾਂ ਗੱਦੀਆਂ ਚਾਹੀਦੀਆਂ ਨੇ, ਬੋਲੀ ਦੀ ਲੋੜ ਹੀ ਕੋਈ ਨਹੀਂ ਹੈ। ਇਸ ਕਰਕੇ ਆਓ ਆਪਾਂ ਅਵੇਅਰ ਹੋਈਏ, ਜਾਗਰੂਕ ਹੋਈਏ। ਸਾਰੀਆਂ ਬੋਲੀਆਂ ਆਉਣ, ਲੇਕਿਨ ਆਪਣੀ ਬੋਲੀ ਸਾਡੀ ਜਿਹੜੀ ਮੁੱਖ ਹੋਣੀ ਚਾਹੀਦੀ ਹੈ। ਆਪਾਂ ਬਾਹਰਲੀਆਂ ਕੰਟਰੀਆਂ 'ਚ ਜਾਈਏ, ਉੱਥੋਂ ਦੇ ਲੋਕ ਆਪਣੀ ਬੋਲੀ ਨੂੰ ਇੰਨਾ ਪਿਆਰ ਕਰਦੇ ਨੇ ਕਿ ਉਹਨਾਂ ਦੀ ਬੋਲੀ 'ਚ ਗੱਲ ਕਰੋ ਤੇ ਖੁਸ਼ ਹੀ ਬੜੇ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੱਲ ਕਰ ਰਹੇ ਸਾਂ ਕਿ ਗੁਰੂ ਸਾਹਿਬ ਜੀ ਨੇ ਉਸ ਵੇਲੇ ਉਚੇਚੇ ਤੌਰ ਤੇ ਇਕੱਠੇ ਕੀਤਾ, ਆਓ ਭਾਈ ਆਪਾਂ ਮਿਲ ਕੇ ਸਾਂਝ ਬਣਾਈਏ, ਆਪਸ ਵਿੱਚ ਇੱਕ ਦੂਜੇ ਨੂੰ ਜਾਣੀਏ।
ਤੇ ਭਾਈ ਸਾਹਿਬ ਜੀ ਕਹਿੰਦੇ ਵਿਸਾਖੀ ਦਾ ਦਿਨ ਨਿਯਤ ਕੀਤਾ ਗਿਆ। ਦਿਨ ਬ੍ਰਤ ਵਦਤ ਰਹਿਤ ਬੜ ਭਾਓ ਗੁਰ ਦਰਸ਼ਨ ਕੋ ਚੌਗੁਣ ਚਾਓ। ਸਿੱਖਾਂ ਦੇ ਮਨ 'ਚ ਚਾਹ ਜਾਗ ਪਿਆ, ਜਿਉਂ-ਜਿਉਂ ਦਿਨ ਨੇੜੇ ਆਉਂਦਾ ਹੈ, ਤਿਉਂ-ਤਿਉਂ ਉਹਨਾਂ ਦੇ ਮਨ 'ਚ ਚਾਹ ਜਾਗਦਾ ਹੈ ਕਿ ਅਸੀਂ ਇਕੱਠੇ ਇਸ ਵਾਰੀ ਪਰਿਵਾਰਾਂ ਸਮੇਤ ਸੰਗਤਾਂ ਸਾਰੀਆਂ ਗੁਰੂ ਕੀ ਹਜ਼ੂਰੀ 'ਚ ਇਕੱਠੀਆਂ ਹੋਵਾਂਗੇ। ਵੀ ਤਿਸ ਸੁਰ ਬਸੰਤ ਪ੍ਰਕਾਸ਼ਾ ਸੁਮਨ ਸੁਬਨ ਉਪਵਨੈ ਵਿਕਾਸਾ। ਠੰਡ ਦੇ ਦਿਨ ਲੰਘ ਗਏ, ਬਸੰਤ ਸ਼ੁਰੂ ਹੋ ਗਈ। ਆਪਾਂ ਮਾਘੀ ਤੋਂ ਬਾਅਦ ਆਪਾਂ ਕਹਿੰਦੇ ਨੇ ਕਿ ਬਸੰਤ ਸ਼ੁਰੂ ਹੋ ਗਈ ਹੈ। ਇਹੋ ਜਿਹੇ ਦਿਨ ਜਿਹੜੇ ਸਨ ਸਹਿਜੇ ਸਹਿਜੇ ਠੰਡ ਚਲੀ ਗਈ ਤੇ ਗਰਮੀ ਦਾ ਪ੍ਰਵੇਸ਼ ਹੋਣਾ ਸ਼ੁਰੂ ਹੋ ਗਿਆ। ਬਹੁਤੀ ਉਸਨ ਨਾ ਸੀਤਲਤਾਈ ਚਲਨ ਪੰਥ ਕੋ ਹੈ ਸੁਖਦਾਈ। ਬਹੁਤ ਪਿਆਰਾ ਮੌਸਮ, ਨਾ ਠੰਡ ਨਾ ਗਰਮੀ। ਆਪਾਂ ਦੇਖਦੇ ਫਰਵਰੀ ਮਾਰਚ ਦੇ ਵਿੱਚ ਕਿੱਡਾ ਸੋਹਣਾ ਮੌਸਮ ਬਣ ਜਾਂਦਾ ਹੈ। ਉਹ ਸਮਾਂ ਆ ਗਿਆ ਹੈ ਬਸੰਤ ਦਾ। ਜੈ ਜੈ ਸਤਿਗੁਰ ਕੇ ਸਿੱਖ ਬ੍ਰਿੰਦੇ ਦਰਸ਼ਨ ਕੋ ਉਮਗੇ ਆਨੰਦੇ। ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਦੂਰ ਦੁਰਾਡੇ ਦੇਸਾਂ ਪ੍ਰਦੇਸਾਂ 'ਚ ਰਹਿੰਦੇ ਨੇ, ਕਿਉਂਕਿ ਜਿਹੜੇ ਦੂਰ ਵਾਲੇ ਉਹਨਾਂ ਨੂੰ ਪਹਿਲਾਂ ਚੱਲਣਾ ਪੈਣਾ ਸੀ, ਲੰਬਾ ਸਫ਼ਰ ਸੀ, ਉਹ ਦਰਸ਼ਨਾਂ ਲਈ ਬੜੇ ਚਾਅ ਨਾਲ ਚੱਲ ਪਏ। ਬੰਦੇ ਢੋਲ ਸੰਗਤ ਆਈ ਚੌਂ ਦਿਸ ਦੇ ਵਸਤੂ ਗਨ ਲਿਆਈ। ਐ ਟੋਲੀਆਂ ਬੰਨ ਬੰਨ ਕੇ, ਜਥੇ ਬੰਨ ਬੰਨ ਕੇ ਸੰਗਤਾਂ ਚਾਰ ਸਪੇਰੋਂ ਗੋਇੰਦਵਾਲ ਸਾਹਿਬ ਨੂੰ ਆਉਣ ਲੱਗ ਪਈਆਂ। ਸਤਿਗੁਰੂ ਜੀ ਦੇ ਦਰ ਤੇ ਭੇਟਾਵਾਂ ਵੀ ਲੈ ਕੇ ਆਈਆਂ ਹਨ। ਆਨ ਸਿਬਨ ਗੁਰ ਦਰਸ਼ਨ ਹੇਰਾ ਮੇਲਾ ਮਿਲ ਕੇ ਬਿਓ ਬਡੇਰਾ। ਵਿਸਾਖੀ ਦੇ ਦਿਹਾੜੇ ਤੋਂ ਪਹਿਲਾਂ ਇਹ ਸਾਰੀਆਂ ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਆ ਪਹੁੰਚੀਆਂ, ਗੁਰੂ ਕੇ ਦੀਦਾਰ ਕੀਤੇ। ਇੱਕ ਬੜਾ ਤਗੜਾ ਜੋੜ ਮੇਲਾ ਹੋ ਗਿਆ ਇਸ ਸਥਾਨ ਤੇ। ਜਥਾ ਚਕੋਰ ਹੋਏ ਸਮੁਦਾਇਆ ਸ਼੍ਰੀ ਸਤਿਗੁਰ ਨੇ ਸਬਤ ਦਰਸਾਇਆ। ਜਿਵੇਂ ਚਕੋਰ ਹੁੰਦੀ ਹੈ ਨਾ, ਚਕੋਰ ਦੀ ਚੰਦਰਮਾ ਦੇ ਨਾਲ ਪ੍ਰੀਤ ਹੁੰਦੀ। ਜਦੋਂ ਚੰਦਰਮਾ ਪੂਰਬ ਵੱਲੋਂ ਚੜ੍ਹ ਲੱਗਦਾ ਨਾ, ਥੋੜੀ ਜਿਹੀ ਟਿੱਕੀ ਉਹਦੀ ਬਾਹਰ ਆਉਂਦੀ ਹੈ। ਚਕੋਰ ਕਹਿੰਦੇ ਟਿਕ ਟਿੱਕੀ ਲਗਾ ਕੇ ਉੱਧਰ ਬੈਠ ਜਾਂਦੀ ਹੈ। ਚੰਦਰਮਾ ਤਾਂ ਨੂੰ ਚੜ੍ਹਦਾ ਜਾਂਦਾ ਹੈ, ਚਕੋਰ ਉਦਾਂ ਹੀ ਨਜ਼ਰਾਂ ਗੱਡੀ ਰੱਖਦੀ ਹੈ। ਚੰਦਰਮਾ ਸਿਰ ਤੇ ਆ ਜਾਂਦਾ, ਚਕੋਰ ਦੇਖਦੀ ਰਹਿੰਦੀ, ਪਿੱਛੇ ਨੂੰ ਡਿੱਗ ਜਾਂਦੀ, ਪਰ ਆਪਣੀਆਂ ਅੱਖਾਂ ਪਿੱਛੇ ਨਹੀਂ ਕਰਦੀ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਭਾਈ ਗੁਰਦਾਸ ਜੀ ਨੇ ਵੀ ਗੱਲ ਕਹੀ ਹੈ। ਇਵੇਂ ਸੰਗਤਾਂ ਬੜੇ ਚਾਹ ਨਾਲ ਚਕੋਰ ਵਾਂਗੂ ਗੁਰੂ ਕੇ ਦੀਦਾਰ ਕਰਦੀਆਂ ਹਨ। ਗੋਇੰਦਵਾਲ ਵਿਸਾਲ ਸੁਪੀਰ ਦਰਸੇ ਵਾਰ ਨਾ ਪਾਵੇ ਤੀਰ। ਗੋਇੰਦਵਾਲ ਸਾਹਿਬ ਜੀ ਵਿੱਚ ਬਹੁਤ ਵੱਡਾ ਇਕੱਠ ਹੋ ਗਿਆ। ਸੰਗਤਾਂ ਲਗਾਤਾਰ ਆ ਰਹੀਆਂ ਨੇ, ਪਾਰਾਵਾਰ ਕੋਈ ਨਹੀਂ, ਗੁਰੂ ਕੇ ਦੀਦਾਰ ਕਰਨ ਦੇ ਲਈ ਇਕੱਠੀਆਂ ਹੋ ਗਈਆਂ। ਪਾਇਨ ਪਾਸ ਉਪਾਇਨ ਧਰ ਧਰ ਆਵੇ ਜਾਏ ਬੰਦਨਾ ਕਰ ਕਰ। ਗੁਰੂ ਚਰਨਾਂ ਤੇ ਉਪਾਇਨ ਕਹਿੰਦੇ ਨੇ ਭੇਟਾਵਾਂ ਨੂੰ। ਜੋ ਵੀ ਆਪਣੀ ਕਿਰਤ ਵਿੱਚੋਂ ਕੋਈ ਰਸਤਾਂ ਕੋ ਬਸਤਾਂ ਧਨ ਦੌਲਤ ਲੈ ਕੇ ਆਏ, ਉਹ ਗੁਰੂ ਚਰਨਾਂ 'ਚ, ਗੁਰੂ ਕੇ ਲੰਗਰਾਂ 'ਚ ਇਹਨਾਂ ਨੇ ਅਰਪਣ ਕੀਤਾ ਹੈ। ਸਿੱਖ ਨੇਕ ਦੇਗ ਕੋ ਲਾਗੇ ਕਰੇ ਪਾਕ ਸਿਧ ਔਰ ਅਨੁਰਾਗੇ। ਗੁਰੂ ਚਰਨਾਂ 'ਚ ਬੰਦਨਾ ਕਰਦੇ ਨੇ, ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਦੇ ਨੇ। ਬਹੁਤ ਸਾਰੇ ਸਿੱਖ ਫਿਰ ਲੰਗਰ 'ਚ ਸੇਵਾ ਕਰਨ ਲਈ ਲੱਗ ਗਏ। ਹੁਣ ਇੰਨੀਆਂ ਸੰਗਤਾਂ ਦਾ ਲੰਗਰ ਬਣਾਉਣਾ, ਬੜੇ ਚਾਅ ਦੇ ਨਾਲ ਸਿੱਖ ਲੰਗਰ ਤਿਆਰ ਕਰ ਰਹੇ ਹਨ। ਕੇਤਕ ਨੀਰਿਆਨ ਬੋ ਕਰਹੀ ਸੰਗਤ ਕੋ ਸੇਵੈ ਹਿਤ ਧਰਹੀ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਭ ਤੋਂ ਮਹਾਨ ਦਾਤ ਦਿੱਤੀ ਹੈ ਸੇਵਾ ਦੀ, ਤੇ ਸੰਗਤਾਂ ਬੜੇ ਚਾਅ ਨਾਲ ਸੇਵਾ ਕਰਦੀਆਂ। ਕੋਈ ਪਾਣੀ ਭਰ ਭਰ ਲਿਆ ਰਹੇ ਨੇ, ਕੋਈ ਲੱਕੜਾਂ ਢੋ ਰਹੇ ਨੇ, ਕੋਈ ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾ ਰਿਹਾ ਹੈ। ਜਿੱਥੇ ਜਿੱਥੇ ਵੀ ਕਿਸੇ ਨੂੰ ਕੰਮ ਮਿਲਿਆ, ਉਹ ਆਪਣੇ ਧਨ ਭਾਗ ਸਮਝਦੇ ਨੇ। ਜਾਈਏ ਨਾ ਕਦੀ ਦਰਬਾਰ ਸਾਹਿਬ ਆਪਾਂ ਜਾਂਦੇ ਹਾਂ, ਦੇਖੋ ਕਿੰਨੇ ਚਾਅ ਨਾਲ ਸੰਗਤਾਂ ਗੁਰੂ ਕੀ ਲੰਗਰ ਸੇਵਾ ਕਰਦੀਆਂ ਨੇ। ਕੋਈ ਭਾਂਡੇ ਮਾਂਜ ਰਿਹਾ ਹੈ, ਕੋਈ ਪਿਆਜ਼ ਕੱਟੀ ਜਾ ਰਿਹਾ ਹੈ, ਕੋਈ ਲਸਣ ਛਿੱਲੀ ਜਾ ਰਿਹਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ ਸਾਡੇ ਤੇ ਭਾਈ। ਜਦੋਂ ਜਾਓ ਜ਼ਰੂਰ ਥੋੜਾ ਟਾਈਮ ਉੱਥੇ ਜਾ ਕੇ ਨਾ ਇੱਕ ਆਨੰਦ ਮਾਣਿਆ ਕਰੋ। ਤੁਹਾਡੇ ਮਨ ਨੂੰ ਉੱਥੇ ਇੱਕ ਚਾਹ ਮਿਲੇਗਾ, ਖੁਸ਼ੀ ਮਿਲੇਗੀ ਜਦੋਂ ਤੁਸੀਂ ਸੇਵਾ 'ਚ ਹਿੱਸਾ ਲਓਗੇ। ਤੁਹਾਡੇ ਅੰਦਰੋਂ ਦੁਨਿਆਵੀ ਵਲਵਲੇ ਚਿੰਤਾਵਾਂ ਆਪਣੇ ਆਪ ਮਿਟ ਜਾਣਗੀਆਂ, ਅੰਦਰ ਇੱਕ ਉਤਸ਼ਾਹ ਪੈਦਾ ਹੋਏਗਾ। ਔਰ ਸਾਡੇ ਸਤਿਗੁਰੂ ਜੀ ਨੇ ਤੇ ਸੇਵਾ ਦੀ ਦਾਤ ਹੀ ਸਾਨੂੰ ਬੜੀ ਵੱਡੀ ਦਿੱਤੀ ਹੈ। ਇਹ ਹੈ ਜ਼ਿੰਦਗੀ ਨੂੰ ਬੂਸਟ ਕਰਨ ਦਾ ਤਰੀਕਾ, ਜ਼ਿੰਦਗੀ ਦੇ ਅੰਦਰ ਆਪਣੇ ਅੰਦਰ ਇੱਕ ਚਾਹ ਪੈਦਾ ਕਰਨ ਦਾ ਤਰੀਕਾ ਕਿ ਆਪਾਂ ਗੁਰੂ ਕੀ ਬਾਣੀ ਨਾਲ ਜੁੜੀਏ, ਸਤ ਸੰਗਤ ਨਾਲ ਜੁੜੀਏ। ਦੇਖੋ ਇਹ ਸੰਸਾਰ ਹੈ, ਸਮੁੰਦਰ ਹੈ, ਚਿੰਤਾਵਾਂ, ਫਿਕਰ, ਗਮ ਹਰ ਮਨੁੱਖ ਦੀ ਜ਼ਿੰਦਗੀ 'ਚ ਨੇ, ਪਰ ਇਹਨਾਂ ਤੋਂ ਉੱਚੇ ਉੱਠਣ ਦਾ ਜਾਂ ਇਹਨਾਂ ਨੂੰ ਜਿੱਤਣ ਦਾ ਤਰੀਕਾ ਇਹ ਕਿ ਅਸੀਂ ਅੰਦਰੋਂ ਖਿੜ ਜਾਈਏ। ਅੰਦਰੋਂ ਕਦੋਂ ਖਿੜਾਂਗੇ? ਜਦੋਂ ਸਤ ਸੰਗਤ ਵਿੱਚ ਆਵਾਂਗੇ। ਅੰਦਰੋਂ ਕਦੋਂ ਖਿੜਾਂਗੇ? ਜਦੋਂ ਕਿਤੇ ਸੇਵਾ ਦਾ ਕਿਤੇ ਕੁੰਭ ਲੱਗਿਆ ਨਾ, ਆਪਣੇ ਹੱਥੀ ਸੇਵਾ ਕਰਾਂਗੇ। ਦੇਖੋ ਜਦੋਂ ਸੇਵਾ ਹੁੰਦੀ ਥੱਕਦਾ ਹੀ ਨਹੀਂ ਬੰਦਾ, ਪਿਆਰ ਦੇ ਨਾਲ ਸੇਵਾ ਜਿੱਥੇ ਹੋਏ। ਸੰਗਤਾਂ ਚਾਹ ਦੇ ਨਾਲ ਸੇਵਾ ਕਰ ਰਹੀਆਂ ਨੇ। ਕੋਈ ਲੱਕੜਾਂ ਲਿਆ ਰਿਹਾ, ਕੋਈ ਪਾਣੀ ਲਿਆ ਰਿਹਾ, ਕੋਈ ਲੰਗਰ ਪਕਾ ਰਿਹਾ, ਕੋਈ ਲੰਗਰ ਵਰਤਾ ਰਿਹਾ ਹੈ। ਆਪੋ ਆਪਣੇ ਥਾਵਾਂ ਤੇ ਸਾਰੇ ਲੱਗੇ ਹੋਏ ਹਨ। ਮਹਾਕੁਲਾਹਲ ਮੇਲਾ ਹੋਵਾ ਰਗਦ ਸੰਗਤ ਦੀ ਰਗ ਜੋਵਾ। ਬਹੁਤ ਵੱਡਾ ਇਹ ਮੇਲਾ ਹੈ। ਕੁਲਾਹਲ,
ਕੋਲਾਹਲ ਦਾ ਅਰਥ ਹੁੰਦਾ ਹੈ ਕਿ ਖੁਸ਼ੀਆਂ ਦਾ ਇੱਕ ਸ਼ੋਰ ਸ਼ਰਾਬਾ ਜਿਹਾ ਰੌਲਾ। ਇੰਨੀ ਦੁਨੀਆ ਤੇ ਆਵਾਜ਼ਾਂ ਤੇ ਆਉਣੀਆਂ ਹੀ ਨੇ। ਇੱਕ ਬੰਨੇ ਦੀਵਾਨ ਲੱਗਾ ਹੋਇਆ, ਇੱਥੇ ਚੱਲ ਰਿਹਾ ਹੈ, ਲੰਗਰ ਦੇ ਵਿੱਚ ਸੰਗਤਾਂ ਲੱਗੀਆਂ ਨੇ, ਉੱਥੋਂ ਵੀ ਆਵਾਜ਼ਾਂ ਥੋੜੀਆਂ ਆ ਰਹੀਆਂ ਨੇ, ਕੋਲਾਹਲ ਹੋ ਰਿਹਾ ਹੈ। ਕਰੈ ਪਰਸ ਪਰ ਭਾਉ ਵਿਸਾਲਾ, ਉਚਰੈ ਮਿਲ ਗੁਰ ਕੋ ਜਸ ਜਾਲਾ। ਸਿੱਖ ਇੱਕ ਦੂਜੇ ਨੂੰ ਮਿਲ ਕੇ ਬੜਾ ਚਾਹ ਪ੍ਰਗਟ ਕਰਦੇ ਨੇ, ਪੁੱਛਦੇ ਕਿੱਥੋਂ ਆਏ ਹੋ ਤੁਸੀਂ, ਆਪੋ ਆਪਣਾ ਇਲਾਕਾ ਦੱਸਦੇ ਨੇ। ਬੜੀ ਖੁਸ਼ੀ ਹੁੰਦੀ ਕਿ ਉਸ ਇਲਾਕੇ ਚੋਂ, ਇਹ ਸਾਡੇ ਇਲਾਕੇ ਚੋਂ, ਕਿਹੜੇ ਇਲਾਕੇ ਚੋਂ ਨੇ। ਇੱਕ ਦੂਜੇ ਨੂੰ ਮਿਲ ਕੇ ਬੜਾ ਚਾਅ ਪ੍ਰਗਟ ਕਰਦੇ, ਬੜੇ ਆਨੰਦਿਤ ਹੁੰਦੇ ਹਨ। ਅਤਿ ਆਨੰਦ ਸੰਗਤ ਮੈਂ ਹੋਏ, ਸਗ ਮੇਲੇ ਕੋਲੇ ਸਭ ਕੋਏ। ਔਰ ਬੜਾ ਆਨੰਦ ਪੈਦਾ ਹੋ ਗਿਆ। ਜੋੜ ਮੇਲਿਆਂ 'ਚ ਜਾਈਏ ਨਾ, ਇੱਕ ਨਵਾਂ ਹੀ ਉਤਸ਼ਾਹ ਹੁੰਦਾ ਹੈ। ਇਹ ਜੋੜ ਮੇਲਾ ਤਾਂ ਹੁੰਦਾ ਹੈ ਜੇ ਉੱਥੇ ਪਿਆਰ ਦੀ ਗੱਲ ਜਾਂ ਚੰਗੀ ਗੱਲ ਸਾਨੂੰ ਮਿਲੇ। ਇਸ ਕਰਕੇ ਸੰਗਤਾਂ ਦੇ ਵਿੱਚ ਉਤਸ਼ਾਹ ਵਧਿਆ, ਪਿਆਰ ਵਧਿਆ, ਆਪਸੀ ਸਾਂਝ ਵੀ ਵਧੀ ਹੈ। ਕਿਤਕ ਸਮੋ ਬੀਤਿਓ ਜਬ ਜਾਣਿਓ, ਸ੍ਰੀ ਗੁਰ ਸਤਿਗੁਰ ਕਿਰਪਾਲ ਬਖਾਨਿਓ। ਔਰ ਇਸ ਤਰ੍ਹਾਂ ਕੁਝ ਸਮਾਂ ਜਦੋਂ ਬਤੀਤ ਹੋਇਆ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਨੇ ਕਿਹਾ ਹੈ, ਰਾਮਦਾਸ ਕੋ ਚਿਰ ਬੋ ਹੋਵਾ, ਕਹਾਂ ਗਇਓ ਹਮ ਨਿਕਟ ਨ ਜੋਵਾ। ਇਸ ਤਰ੍ਹਾਂ ਗੋਇੰਦਵਾਲ ਦੀ ਧਰਤੀ ਤੇ ਸਤਿਗੁਰੂ ਜੀ ਨੇ ਇੱਥੋਂ ਇੱਕ ਮਰਜ਼ਾਦਾ ਕਹਿ ਲਓ ਜਾਂ ਪਰੰਪਰਾ ਕਹਿ ਲਓ ਸ਼ੁਰੂ ਕੀਤੀ ਕਿ ਹਰ ਸਾਲ ਵਿਸਾਖੀ ਤੇ ਸਿੱਖ ਸੰਗਤਾਂ ਇੱਥੇ ਇਕੱਤਰ ਹੋਇਆ ਕਰਨ। ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਵਿਸਾਖੀ ਦਾ ਬਹੁਤ ਗੂੜਾ ਸੰਬੰਧ ਬਣ ਗਿਆ। ਵੈਸੇ ਵੀ ਜਦੋਂ ਸਾਖੀ ਕਰ ਲਿਖਦੇ ਨੇ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਗਾਸ ਵੀ ਜਿਹੜਾ ਨਾ ਉਹ ਅਪ੍ਰੈਲ 'ਚ ਵਿਸਾਖੀ ਦਾ ਹੀ ਦੱਸਦੇ ਨੇ। ਔਰ ਬਹੁਤ ਸਾਰੀਆਂ ਘਟਨਾਵਾਂ ਵਿਸਾਖੀ ਦੇ ਨਾਲ ਸੰਬੰਧਿਤ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਵਿਸਾਖੀ ਦੇ ਜੋੜ ਮੇਲੇ ਨੂੰ ਪੱਕੀਆਂ ਕਰਤਾ। ਉਸ ਦਿਨ ਤੋਂ ਵਿਸਾਖੀ ਜਿਹੜੀ ਸੀ ਗੁਰੂ ਘਰ 'ਚ ਇੱਕ ਪੁਰਬ ਬਣ ਗਈ। ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸੇ ਦਿਹਾੜੇ ਤੇ ਪੰਥ ਖਾਲਸੇ ਦੀ ਸਿਰਜਣਾ ਕੀਤੀ ਸੀ। ਦੀਵਾਲੀ ਦਾ ਪੁਰਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੇਲੇ ਤੋਂ ਸਿੱਖ ਸੰਗਤਾਂ ਨੇ ਮਨਾਉਣਾ ਸ਼ੁਰੂ ਕੀਤਾ ਹੈ। ਉਸ ਵੇਲੇ ਤੋਂ ਇਸ ਸੰਬੰਧ ਬਣ ਗਿਆ। ਆਓ ਆਪਾਂ ਵੀ ਮਿਲ ਕੇ ਗੁਰੂ ਘਰ ਇਕੱਠੇ ਹੋਇਆ ਕਰੀਏ, ਆਪਸੀ ਸਾਂਝ ਬਣੇ। ਖਾਸ ਕਰਕੇ ਸਾਡੀ ਸਮਾਜਿਕ ਸਾਂਝ, ਸਮਾਜਿਕ ਸਮਾਜ ਜਿਹੜੀ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ। ਸਮਾਜਿਕ ਤੌਰ ਤੇ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ। ਜਿੰਨਾ ਸਾਡਾ ਸਮਾਜ ਮਜ਼ਬੂਤ ਹੋਏਗਾ, ਉਹਨੇ ਸਾਡੇ ਪਰਿਵਾਰ ਵੀ ਮਜ਼ਬੂਤ ਹੋਣਗੇ। ਉਹ ਸਾਂਝ ਸਾਡੀ ਸੰਗਤ 'ਚ ਵੀ ਆ ਕੇ ਬਣੇਗੀ। ਜਿੱਥੇ ਮੌਕਾ ਮਿਲੇ ਸੰਗਤ 'ਚ ਆਉਣ ਦਾ ਕਦੀ ਖਿਜਾਉਣਾ ਨਹੀਂ ਚਾਹੀਦਾ। ਜਦੋਂ ਆਓ ਕੋਚਰ ਬੈਠੋ, ਇਹ ਨਹੀਂ ਆਏ ਕਿ ਮੱਥਾ ਟੇਕਿਆ ਜੀ ਆਇਆਂ ਨੂੰ, ਇੱਦਾਂ ਵੀ ਜੇ ਮਜਬੂਰੀ ਹੈ। ਪਰ ਆ ਕੇ ਆਪਾਂ ਕੁਝ ਗੁਰੂ ਦੀ ਗੱਲ ਸੁਣ ਕੇ ਜ਼ਰੂਰ ਕੁਝ ਨਾ ਕੋਚਰ ਬੈਠ ਕੇ ਤਾਂ ਜਾਈਏ। ਇੱਕ ਪ੍ਰਸਾਦ ਉਹ ਮਿਲਦਾ, ਉਹ ਪ੍ਰਸਾਦ ਤੇ ਬਾਅਦ ਦੀ ਗੱਲ ਹੈ। ਐਕਚੁਅਲੀ ਪ੍ਰਸਾਦ ਹੈ ਸ਼ਬਦ ਦਾ, ਗਿਆਨ ਦਾ। ਉਹ ਗੁਰੂ ਕੇ ਸ਼ਬਦ ਦਾ ਪ੍ਰਸਾਦ ਜ਼ਰੂਰ ਲੈ ਕੇ ਜਾਈਏ। ਔਰ ਜੇ ਸੇਵਾ ਦਾ ਮੌਕਾ ਮਿਲੇ ਤੇ ਉਹ ਵੀ ਆਪਣੇ ਹੱਥ ਜ਼ਰੂਰ ਸਫਲ ਕਰਿਆ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਸਾਰਿਆਂ ਨੂੰ ਸਤ ਸੰਗਤ ਅਤੇ ਗੁਰਬਾਣੀ ਦਾ ਪਿਆਰ ਬਖਸ਼ਣ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।